ਅਬੋਹਰ ਰੈਲੀ 'ਚ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਨੂੰ ਫਿਰ ਕੀਤੀ ਅਪੀਲ, ਕਿਹਾ ਮੌਕਾ ਦਿਓ। ਡਬਲ ਇੰਜਨ ਦੀ ਸਰਕਾਰ ਕਰੇਗੀ ਸੂਬੇ ਦਾ ਸਰਬਪੱਖੀ ਵਿਕਾਸ, ਡਰੱਗਸ ਤੇ ਰੇਤ ਮਾਫੀਆ ਦੀ ਕਰਾਂਗੇ ਛੁੱਟੀ। ਚੋਣ ਪ੍ਰਚਾਰ ਦੇ ਆਖਰੀ ਘੰਟਿਆਂ ਦੇ ਵਿੱਚ ਕਾਂਗਰਸ ਨੇ ਲਗਾਇਆ ਜ਼ੋਰ। ਪਠਾਨਕੋਟ ਰੈਲੀ 'ਚ ਪ੍ਰਿਯੰਕਾ ਗਾਂਧੀ ਨੇ ਘੇਰੀ ਕੇਂਦਰ ਤੇ ਦਿੱਲੀ ਸਰਕਾਰ, ਕਿਹਾ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ। ਗੁਜਰਾਤ ਤੇ ਦਿੱਲੀ ਮਾਡਲ ਦੇ ਉਧੇੜੇ ਬਖੀਏ। ਚੋਣਾਂ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੀ ਪੰਜਾਬੀਆਂ ਨੂੰ ਅਪੀਲ, ਕਿਹਾ ਕਾਂਗਰਸ ਦੇ ਹੱਥਾਂ 'ਚ ਹੀ ਸੁਰੱਖਿਅਤ ਹੈ ਸੂਬੇ ਦੀ ਖੁਸ਼ਹਾਲੀ। ਕੇਂਦਰ ਤੇ ਵੀ ਸਾਧਿਆ ਨਿਸ਼ਾਨਾ, ਕਿਹਾ ਬੀਜੇਪੀ ਦੀ ਕਹਿਣੀ ਤੇ ਕਰਨੀ 'ਚ ਫਰਕ। ਚੰਨੀ ਤੇ ਈਡੀ ਰੇਡ ਨੂੰ ਵੀ ਦੱਸਿਆ ਚੁਣਾਵੀ ਸਾਜ਼ਿਸ਼। ਲੰਬੀ 'ਚ ਗਰਜੇ 94 ਸਾਲਾ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ, ਕਿਹਾ ਕਾਂਗਰਸ ਨੇ ਹਮੇਸ਼ਾ ਪੰਜਾਬੀਆਂ ਨਾਲ ਕੀਤਾ ਧੋਖਾ, ਤਾਂ ਕੇਜਰੀਵਾਲ ਵੀ ਖੋਣਾ ਚਾਹੁੰਦੇ ਨੇ ਪੰਜਾਬ ਦਾ ਪਾਣੀ। ਕੇਜਰੀਵਾਲ ਨੇ ਕਾਂਗਰਸ, ਅਕਾਲੀ ਦਲ ਬੀਜੇਪੀ ਨੂੰ ਲਿਆ ਨਿਸ਼ਾਨੇ ਤੇ, ਕਿਹਾ ਤਿੰਨੇ ਮਿਲ ਕੇ ਮੈਨੂੰ ਕੱਢ ਰਹੇ ਨੇ ਗਾਲਾਂ, ਚਾਹੁੰਦੇ ਨੇ ਨਾ ਬਣੇ ਇਮਾਨਦਾਰ ਸਰਕਾਰ, ਪਰ ਪੰਜਾਬ ਨੂੰ ਬਚਾਉਣ ਲਈ ਪਿੱਛੇ ਨਹੀਂ ਹਟੇਗੀ ਆਮ ਆਦਮੀ ਪਾਰਟੀ। ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਸਾਧਿਆ ਨਿਸ਼ਾਨਾ, ਕਿਹਾ ਪੰਜਾਬ ਚਾਹੇ ਦਿੱਲੀ ਦੇ ਬਹਿਰੂਪ ਹੀ ਪੰਜਾਬ ਨੂੰ ਲੁੱਟਣ ਦੀ ਹੋ ਰਹੀ ਸਾਜ਼ਿਸ਼। ਕੁਮਾਰ ਵਿਸ਼ਵਾਸ ਨੇ ਕੀਤਾ ਬੇਨਕਾਬ। ਕੁਮਾਰ ਵਿਸ਼ਵਾਸ ਦੇ ਬਿਆਨ ਤੇ ਗਰਮਾਈ ਸਿਆਸਤ। ਸੁਨੀਲ ਜਾਖੜ ਬੋਲੇ ਪੀਐਮ ਗੰਭੀਰ ਇਲਜ਼ਾਮਾਂ ਦੀ ਕਰਵਾਉਣ ਜਾਂਚ, ਪੰਜਾਬ 'ਚ ਹਿੰਦੂ ਸਿੱਖ ਭਾਈਚਾਰੇ ਦੀ ਭਾਵਨਾ ਨੂੰ ਲੱਗੀ ਠੇਸ। ਆਮ ਆਦਮੀ ਪਾਰਟੀ ਨੇ ਕੁਮਾਰ ਵਿਸ਼ਵਾਸ ਦੇ ਇਲਜ਼ਾਮਾਂ ਤੋਂ ਕੀਤਾ ਕਿਨਾਰਾ। ਰਾਘਵ ਚੱਡਾ ਨੇ ਟਾਈਮਿੰਗ ਦੇ ਉੱਤੇ ਚੁੱਕੇ ਸਵਾਲ, ਕਿਹਾ ਫੇਕ ਵੀਡੀਓ ਜ਼ਰੀਏ ਫੈਲਾਇਆ ਜਾ ਰਿਹਾ ਝੂਠ। ਸੀਐਮ ਚੰਨੀ ਦੇ ਯੂਪੀ ਬਿਹਾਰ ਵਾਲੇ ਬਿਆਨ ਤੇ ਭੜਕੇ ਪੀਐਮ ਮੋਦੀ, ਕਿਹਾ ਕਾਂਗਰਸ ਨੇ ਕੀਤਾ ਗੁਰੂ ਗੋਬਿੰਦ ਸਿੰਘ ਤੇ ਗੁਰੂ ਰਵਿਦਾਸ ਦਾ ਅਪਮਾਨ, ਲੋਕਾਂ ਨੂੰ ਖੇਤਰ ਦੇ ਨਾਮ ਤੇ ਲੜਾਉਣਾ ਚਾਹੁੰਦੀ ਹੈ ਕਾਂਗਰਸ। ਯੂਪੀ ਬਿਹਾਰ ਵਾਲੇ ਬਿਆਨ ਤੇ ਸੀਐਮ ਚੰਨੀ ਦੀ ਸਫਾਈ, ਕਿਹਾ ਸਿਰਫ ਆਮ ਆਦਮੀ ਪਾਰਟੀ ਦੇ ਲਈ ਵਰਤੇ ਸਨ ਸ਼ਬਦ। ਮਾਲਵੇ 'ਚ ਸੁਖਬੀਰ ਸਿੰਘ ਬਾਦਲ ਦਾ ਤਾਬੜਤੋੜ ਪ੍ਰਚਾਰ, ਲੰਬੀ 'ਚ ਆਪਣੇ ਪਿਤਾ ਲਈ ਮੰਗੀਆਂ ਵੋਟਾਂ, ਕਿਹਾ ਪੰਜਾਬ ਦੀ ਪਾਰਟੀ ਹੀ ਕਰ ਸਕਦੀ ਹੈ ਪੰਜਾਬ ਦਾ ਭਲਾ। ਭਗਵੰਤ ਮਾਨ ਨੇ ਪਟਿਆਲਾ ਪ੍ਰਸ਼ਾਸਨ ਤੇ ਲਗਾਇਆ ਪ੍ਰਚਾਰ ਰੋਕਣ ਦਾ ਇਲਜ਼ਾਮ, ਕਿਹਾ ਧਾਰਾ 144 ਦਾ ਦਿੱਤਾ ਜਾ ਰਿਹਾ ਹਵਾਲਾ, ਪ੍ਰਚਾਰ ਰੋਕਣ ਦੇ ਲਈ ਕੈਪਟਨ ਤੇ ਵੀ ਲਗਾਏ ਗਏ ਇਲਜ਼ਾਮ। ਅੰਮ੍ਰਿਤਸਰ ਪੂਰਬੀ 'ਚ ਦਾਅ ਤੇ ਲੱਗਿਆ ਵਕਾਰ, ਆਖਰੀ ਦੌਰ 'ਚ ਮਜੀਠੀਆ ਨੇ ਲਾਈ ਪੂਰੀ ਤੱਕ, ਡੋਰ ਟੂ ਡੋਰ ਕੀਤਾ ਜਾ ਰਿਹਾ ਪ੍ਰਚਾਰ। ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਤੇ ਹੁਣ ਤੋਂ ਠੀਕ 65 ਘੰਟੇ ਬਾਅਦ ਪੰਜਾਬ ਦੇ ਲੋਕ, ਅਸੀਂ ਸਾਰੇ ਕਰਾਂਗੇ ਪੰਜਾਬ ਦੇ ਲਈ ਵੋਟ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 65 ਘੰਟੇ ਬਚੇ ਨੇ। 65 ਘੰਟਿਆਂ ਬਾਅਦ ਪੰਜਾਬ ਦੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ ਹੋਣੀ ਸ਼ੁਰੂ ਹੋ ਜਾਏਗੀ। 65 ਘੰਟਿਆਂ ਬਾਅਦ ਪੰਜਾਬ ਦੇ ਲੋਕ ਇਹ ਫੈਸਲਾ ਕਰਨਗੇ ਕਿ ਸੂਬੇ ਦੀ ਵਾਗਡੋਰ ਕਿਸ ਦੇ ਹੱਥਾਂ ਦੇ ਵਿੱਚ ਦੇਣੀ ਹੈ। ਟਾਈਮਿੰਗ, VOTING ਅਲਾਰਮ 65 ਘੰਟੇ ਸਟਾਰਟ ਹੋ ਚੁੱਕੇ ਨੇ। ਟਾਈਮ ਕੱਟਣਾ ਸ਼ੁਰੂ ਹੋ ਚੁੱਕਿਆ ਹੈ। ਮਿੰਟ ਸੈਕਿੰਡ ਕੱਟਦੇ ਜਾਣਗੇ ਤੇ ਦਿਲਾਂ ਦੀ ਧੜਕਨ ਵੱਧਦੀ ਜਾਏਗੀ ਉਮੀਦਵਾਰਾਂ ਦੀ, ਜਿਹੜੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ 'ਚ ਜੁਟੇ ਹੋਏ ਨੇ। ਬਿਲਕੁਲ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਹੋ ਰਿਹਾ ਹੈ। ਠੀਕ 64 ਘੰਟੇ 56 ਮਿੰਟ ਤੇ 40 ਸੈਕਿੰਡ ਬਾਅਦ ਪੰਜਾਬ ਦੇ ਲੋਕਾਂ ਦੇ ਲਈ ਮੌਕਾ ਹੋਏਗਾ ਬਟਨ ਦੱਬਣ ਦਾ, ਵੋਟ ਕਰਨ ਦਾ, ਸਰਕਾਰ ਚੁਣਨ ਦਾ, ਪੰਜਾਬ ਦੇ ਭਵਿੱਖ ਦੇ ਲਈ ਆਪਣਾ ਮਤ ਦੇਣ ਦਾ। ਤੇ 65 ਘੰਟੇ ਤੱਕ ਨਿਊਜ਼ 18 ਪੰਜਾਬ ਤੁਹਾਡੇ ਤੱਕ ਮਹਾ ਕਵਰੇਜ ਇਸੇ ਤਰੀਕੇ ਨਾਲ ਪਹੁੰਚਾਏਗਾ ਔਰ ਕੋਸ਼ਿਸ਼ ਕਰਾਂਗੇ ਕਿ ਅਗਲੇ 65 ਘੰਟਿਆਂ ਦੇ ਵਿੱਚ ਪੰਜਾਬ ਦਾ ਹਰ ਵੱਡਾ ਸਿਆਸਤਦਾਨ ਜੋ ਕਹਿੰਦੇ ਕਿ ਪੰਜਾਬ ਦੇ ਲਈ ਮੇਰੇ ਕੋਲ ਇੱਕ ਵੱਖਰਾ ਰੋਡ ਮੈਪ ਹੈ, ਮਾਡਲ ਹੈ ਜਾਂ ਫਿਰ ਕੋਈ ਗਾਰੰਟੀ ਹੈ, ਹਰ ਇੱਕ ਵੱਡੇ ਆਗੂ ਨੂੰ ਨਿਊਜ਼ 18 ਪੰਜਾਬ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗਾ। ਇਸ ਸਟੇਜ ਦੇ ਉੱਤੇ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਅਗਲੇ 65 ਘੰਟਿਆਂ ਦੇ ਵਿੱਚ ਬਿਲਕੁਲ VOTING ਤੋਂ ਪਹਿਲਾਂ ਏਜੰਡੇ ਜਿਹੜੇ ਪਾਰਟੀਆਂ ਦੇ ਨੇ ਉਹ ਕਲੀਅਰ ਹੋ ਸਕਣ, ਉਹਨਾਂ ਦਾ ਵਿਜ਼ਨ ਕੀ ਹੈ ਉਹ ਕਲੀਅਰ ਹੋ ਸਕੇ। ਇਹ ਸਾਡਾ ਮਕਸਦ ਹੈ। 65 ਘੰਟੇ ਨਾਨ ਸਟਾਪ ਕਵਰੇਜ ਹੁਣ ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾਏਗਾ। VOTING ਤੋਂ ਪਹਿਲਾਂ ਇਸ ਸਮੇਂ ਪੰਜਾਬ ਦੇ ਲਈ ਜਾਣਨਾ ਜ਼ਰੂਰੀ ਹੈ ਕਿ ਆਖਿਰ ਕਿਹੜਾ ਸਿਆਸਤਦਾਨ ਕੀ ਕੁਝ ਕਹਿ ਰਿਹਾ ਹੈ ਔਰ ਕਿਸ ਤਰੀਕੇ ਨਾਲ ਪੰਜਾਬ ਦੇ ਮੁੱਦਿਆਂ ਤੇ ਗੱਲ ਹੋ ਰਹੀ ਹੈ। ਬਿਲਕੁਲ ਬਿਲਕੁਲ ਪੰਜਾਬ ਦੇ ਮੁੱਦਿਆਂ ਤੇ ਗੱਲ ਹੋ ਰਹੀ ਹੈ। ਕਿਹੜਾ ਸਿਆਸਤਦਾਨ ਇਸ ਵੇਲੇ ਪੰਜਾਬ ਪਹੁੰਚਿਆ ਹੋਇਆ ਹੈ, ਕੇਂਦਰ ਦੇ ਕਿਹੜੇ ਵੱਡੇ ਆਗੂ ਇਸ ਵੇਲੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਅਗਲੇ 65 ਘੰਟਿਆਂ 'ਚ ਅਸੀਂ ਤੁਹਾਨੂੰ ਹਰ ਉਹ ਚਿਹਰਾ ਦਿਖਾਵਾਂਗੇ। ਕੇਂਦਰ ਦਾ
ਹਰ ਉਹ ਵੱਡਾ ਚਿਹਰਾ ਔਰ ਹਰ ਵੱਡੇ ਚਿਹਰੇ ਦੇ ਵੱਡੇ ਦਾਅਵੇ ਪੰਜਾਬ ਨੂੰ ਲੈ ਕੇ ਕੀ ਨੇ, ਪ੍ਰਧਾਨ ਮੰਤਰੀ ਤੋਂ ਲੈ ਕੇ ਰੀਜਨਲ ਪਾਰਟੀ ਤੱਕ ਦਾ ਹਰ ਚਿਹਰਾ ਤੁਹਾਡੇ ਸਾਹਮਣੇ ਹੋਏਗਾ। ਕੱਲ ਤੋਂ ਚੋਣ ਪ੍ਰਚਾਰ ਰੁਕ ਜਾਏਗਾ, ਕੱਲ ਸ਼ਾਮ ਨੂੰ ਆਖਰੀ ਦਿਨ ਹੈ ਕੱਲ ਚੋਣ ਪ੍ਰਚਾਰ ਦਾ, ਔਰ ਸ਼ਾਮ ਨੂੰ ਚੋਣ ਪ੍ਰਚਾਰ ਰੁਕ ਜਾਣਾ ਹੈ। ਉਸ ਤੋਂ ਬਾਅਦ ਸਿਰਫ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਸਕਦਾ ਹੈ, ਉਮੀਦਵਾਰ ਡੋਰ ਟੂ ਡੋਰ ਜਾ ਸਕਦੇ ਆ, ਪਰ ਚੋਣ ਦਾ ਸ਼ੋਰ ਜਿਹੜਾ ਹੈ ਉਹ ਰੁਕ ਜਾਵੇਗਾ, ਬੰਦ ਹੋ ਜਾਏਗਾ। ਵੱਡੀਆਂ ਰੈਲੀਆਂ, ਰੋਡ ਸ਼ੋ, ਜਨ ਸਭਾਵਾਂ ਸਭ ਕੁਝ ਤੇ ਰੋਕ ਲੱਗ ਜਾਏਗੀ, ਪਾਰਟੀਆਂ ਦੀ ਐਡਵਰਟਾਈਜ਼ਮੈਂਟ ਬੰਦ ਹੋ ਜਾਏਗੀ ਔਰ ਸਿਰਫ ਡੋਰ ਟੂ ਡੋਰ ਪ੍ਰਚਾਰ। ਤੇ ਉਸ ਤੋਂ ਬਾਅਦ 20 ਤਰੀਕ ਨੂੰ 65 ਘੰਟਿਆਂ ਬਾਅਦ VOTING ਸ਼ੁਰੂ। ਬਿਲਕੁਲ ਐਤਵਾਰ ਨੂੰ 65 ਘੰਟਿਆਂ ਬਾਅਦ VOTING ਸ਼ੁਰੂ ਹੋਏਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਰਹੇ ਹਾਂ ਕਿ ਕਰੀਬ 26 ਘੰਟਿਆਂ ਬਾਅਦ ਪੰਜਾਬ ਦੇ ਵਿੱਚ ਪ੍ਰਚਾਰ ਦਾ ਰੌਲਾ, ਜਿਹੜੇ ਸਪੀਕਰ ਚਾਹੇ ਤੁਹਾਨੂੰ ਤੰਗ ਕਰ ਰਹੇ ਹੋਣ, ਸਿਆਸੀ ਪਾਰਟੀਆਂ ਦੇ ਵੋਟਾਂ ਮੰਗਣ ਵਾਲੇ, ਤਾਂ ਅਗਲੇ 24-25 ਘੰਟੇ ਹੀ ਹੈ ਬਸ। ਉਸ ਤੋਂ ਬਾਅਦ ਤੁਹਾਡੀ ਟੈਨਸ਼ਨ ਖਤਮ, ਕੋਈ ਕਿਸੇ ਤਰੀਕੇ ਦੇ ਨਾਲ ਲਾਊਡ ਸਪੀਕਰ ਤਾਂ ਨਹੀਂ ਵਜਾ ਸਕੇਗਾ। ਹੋ ਸਕਦਾ ਤੁਹਾਡੇ ਘਰ ਆ ਕੇ ਕੁੰਡਾ ਕੋਈ ਖੜਕਾਵੇ ਕਿ ਮੈਨੂੰ ਵੋਟ ਪਾ ਦਿਓ, ਉਹਦੇ ਨਾਲ ਗੱਲ ਕਰ ਵੀ ਲਿਓ ਤੁਸੀਂ, ਪਰ ਸਾਰੀਆਂ ਪਾਰਟੀਆਂ ਦੀ ਜਿਹੜੀ ਪੂਰੀ ਕੋਸ਼ਿਸ਼ ਹੈ ਇਸ ਸਮੇਂ ਕਿ ਵੋਟਰਾਂ ਤੱਕ ਅਸੀਂ ਪਹੁੰਚ ਕਰ ਸਕੀਏ, ਕਿ ਵੋਟਰਾਂ ਦੀ ਜੋ ਗੱਲ ਹੈ ਉਹ ਲੋਕਾਂ ਤੱਕ ਕਿਵੇਂ ਪਹੁੰਚਦੀ ਹੈ, ਜਿਹੜੀ ਵੋਟਰਾਂ ਦੇ ਮੁੱਦੇ ਨੇ ਉਹ ਸਿਆਸਤਦਾਨਾਂ ਤੱਕ ਕਿਵੇਂ ਪਹੁੰਚਦੇ ਨੇ। ਇਹ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਦੇ ਵਿੱਚ ਬੇਸ਼ੱਕ 1 ਸਾਲ ਤੋਂ ਪੋਲੀਟੀਕਲ ਪਾਰਟੀਆਂ ਵਿੱਚ ਲੱਗੀਆਂ ਹੋਣ, ਪਰ ਜਿਹੜੇ ਆਖਰੀ 48 ਜਾਂ 72 ਘੰਟੇ ਹੁੰਦੇ ਨੇ ਉਹ ਸਭ ਤੋਂ ਅਹਿਮ ਫੈਸਲਾ ਕੌਣ ਹੁੰਦਾ, ਫੈਸਲਾ ਕੌਣ ਹੁੰਦੇ ਨੇ। ਆਮ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਜਿਸ ਦਿਨ VOTING ਹੋਣੀ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਕਿਆਮਤ ਦੀ ਰਾਤ ਹੁੰਦੀ ਹੈ, ਉਹ ਵੀ ਆਉਣੀ ਹੈ ਜੀ, ਉਹ ਵੀ ਆਉਣੀ ਹੈ, ਸ਼ਨੀਵਾਰ ਦਾ ਦਿਨ, ਸ਼ਨੀਵਾਰ ਉਹ ਵੀ ਆਉਣੀ ਹੈ। ਸਾਰੇ ਜਿਹੜੀਆਂ ਤਿਕੜਮਬਾਜ਼ੀਆਂ ਜਿਹਨੂੰ ਕਹਿ ਦਿੰਦੇ ਆ ਕਿ ਤਿਕੜਮਬਾਜ਼ੀਆਂ ਵਰਤੀਆਂ ਜਾਂਦੀਆਂ, ਯੂਜ਼ ਕੀਤੀਆਂ ਜਾਂਦੀਆਂ, ਉਹ ਤਿਕੜਮਬਾਜ਼ੀਆਂ ਆਖਰੀ 24 ਘੰਟਿਆਂ 'ਚ ਹੀ ਹੁੰਦੀਆਂ, ਉਸ ਤੇ ਸਭ ਦੀਆਂ ਨਜ਼ਰਾਂ ਰਹਿੰਦੀਆਂ। ਬਿਲਕੁਲ, ਤੁਸੀਂ ਪੰਜਾਬ ਦੇ ਲਈ ਵੋਟ ਕਰਨਾ, ਅਸੀਂ ਇਸ ਕਰਕੇ ਵੀ ਇਹ ਮਹਾਂ ਕਵਰੇਜ ਤੁਹਾਡੇ ਲਈ ਲੈ ਕੇ ਆਏ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗ ਸਕੇ ਕਿ ਆਖਿਰ ਮੁੱਦੇ, ਵਿਜ਼ਨ ਕੀ ਹੈ। ਹੁਣ ਸਟੇਟਮੈਂਟਾਂ ਤੋਂ ਅੱਗੇ ਵਧੇਗੀ ਗੱਲ ਔਰ ਤੁਹਾਡੇ ਤੱਕ ਪਹੁੰਚ ਤਾਂ ਆਲਰੇਡੀ ਬਹੁਤ ਸਾਰੇ ਸਿਆਸਤਦਾਨ ਕਰ ਰਹੇ ਨੇ। ਹੁਣ ਅੱਗੇ ਗੱਲ ਇਸ ਤਰੀਕੇ ਨਾਲ ਵਧੇਗੀ ਕਿ ਹੁਣ ਤੁਸੀਂ ਠੰਡੇ ਦਿਮਾਗ ਨਾਲ ਸੋਚਣਾ ਹੈ ਕਿ ਵੋਟ ਪਾਈਏ ਕਿਸ ਨੂੰ, ਸਾਡੇ ਲਈ ਵਧੀਆ ਹੈ ਕੌਣ, ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਕੌਣ ਹੈ, ਵਿਜ਼ਨ ਕਿਸ ਦਾ ਵਧੀਆ ਹੈ। ਬਹੁਤ ਸਾਰੀਆਂ ਗੱਲਾਂ ਨੇ, ਤਾਂ ਅਗਲੇ 65 ਘੰਟੇ ਦੇ ਵਿੱਚ ਸੋਚੋ, ਵਿਚਾਰੋ, ਨਿਊਜ਼ 18 ਦੇ ਨਾਲ ਜੁੜੇ ਰਹੋ ਤੇ ਫਿਰ ਉਸ ਤੋਂ ਬਾਅਦ ਵੋਟ ਵੀ ਕਰੋ। ਤੇ ਸ਼ੁਰੂਆਤ ਵੱਡੇ ਚਿਹਰਿਆਂ ਤੋਂ ਕਰ ਲੈਂਦੇ ਆ, ਜਿਹੜੇ ਵੱਡੇ ਚਿਹਰੇ ਕੇਂਦਰ ਦੇ, ਜਿਹੜੇ ਵੱਡੇ ਚਿਹਰੇ ਇਸ ਵੇਲੇ ਪੰਜਾਬ ਦੇ ਵਿੱਚ ਤਾਬੜਤੋੜ ਪ੍ਰਚਾਰ ਕਰ ਰਹੇ ਨੇ। ਸਭ ਤੋਂ ਵੱਡਾ, ਦੇਸ਼ ਦਾ ਸਭ ਤੋਂ ਵੱਡਾ ਚਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਚ ਆਏ ਨੇ, ਅਬੋਹਰ ਦੇ ਵਿੱਚ ਰੈਲੀ ਕੀਤੀ ਹੈ। 65 ਘੰਟੇ ਪਹਿਲਾਂ ਇਹ ਰੈਲੀ ਹੋਈ ਹੈ ਔਰ ਵੱਡਾ ਬਿਆਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀ ਬਿਆਨ ਦਿੱਤਾ ਗਿਆ, ਇੱਕ ਇੱਕ ਕਰਕੇ ਪੁਆਇੰਟਸ ਅਸੀਂ ਤੁਹਾਨੂੰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ। 65 ਘੰਟੇ ਪਹਿਲਾਂ PM ਮੋਦੀ ਨੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਉਸ ਬਿਆਨ ਨੂੰ ਲੈ ਕੇ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਨੇ ਦੂਜੇ ਸੂਬਿਆਂ ਤੋਂ ਆਏ ਲੋਕਾਂ ਦਾ ਜ਼ਿਕਰ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਬਈਆਂ ਦੇ ਹੱਥ ਪੰਜਾਬ ਦੀ ਵਾਗਡੋਰ ਨਹੀਂ ਦੇਣੀ, ਚਾਬੀ ਨਹੀਂ ਦੇਣੀ, ਔਰ ਵੱਡੇ ਪੱਧਰ ਤੇ ਉਸ ਦੀ ਨੁਕਤਾਚੀਨੀ ਹੋਈ, ਨਿਸ਼ਾਨੇ ਲਾਏ ਗਏ CM ਚੰਨੀ ਤੇ ਸਾਰੀਆਂ ਪਾਰਟੀਆਂ ਵੱਲੋਂ। ਬਿਆਨ ਦਿਖਾ ਰਹੇ ਹਾਂ PM ਨੇ ਅੱਜ ਕੀ ਕਿਹਾ। ਬਿਲਕੁਲ ਉਹ ਸਟੇਟਮੈਂਟ ਜਿਸ ਦੇ ਉੱਤੇ ਸਿਆਸਤ ਭਖੀ ਹੈ, ਤੁਹਾਨੂੰ ਦਿਖਾਵਾਂਗੇ ਕਿ ਉਸ ਦੇ ਉੱਤੇ ਸਫਾਈ ਕਿਸ ਤਰੀਕੇ ਨਾਲ। ਨਿਊਜ਼ 18 ਪੰਜਾਬ ਦੇ ਨਾਲ ਖਾਸ ਗੱਲਬਾਤ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸ ਦੇ ਉੱਤੇ ਆ ਕੇ ਸਫਾਈ ਵੀ ਦਿੱਤੀ, ਪਰ ਪਹਿਲਾਂ ਗੱਲ ਪ੍ਰਧਾਨ ਮੰਤਰੀ ਦੀ। ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਫਾਈਨਲ ਫੇਰੀ ਅੱਜ ਪੰਜਾਬ ਦੇ ਵਿੱਚ, ਅਬੋਹਰ ਦੇ ਵਿੱਚ, ਤਾਂ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਰੀਜਨ, ਜਿਹੜੇ ਪੰਜਾਬ ਦੇ ਰੀਜਨ ਹੈਗੇ ਉਹਨਾਂ ਨੂੰ, ਖੇਤਰ, ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਪ੍ਰਧਾਨ ਮੰਤਰੀ ਨੇ ਕੀਤੀ ਹੈ। ਔਰ VOTING ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਸਟੇਟਮੈਂਟ ਔਰ ਜੋ CM ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ ਉਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਪ੍ਰਧਾਨ ਮੰਤਰੀ ਜਦੋਂ ਪਹੁੰਚੇ ਪੰਜਾਬ, ਅਬੋਹਰ, ਮਾਲਵੇ ਦੇ ਵਿੱਚ, ਕਿਵੇਂ ਸਾਧ ਰਹੇ ਨਿਸ਼ਾਨੇ, ਕਿਵੇਂ ਕੋਸ਼ਿਸ਼ ਕਰ ਰਹੇ ਨੇ ਵੋਟਰਾਂ ਤੱਕ, ਤੁਹਾਡੇ ਤੱਕ ਪਹੁੰਚ ਕਰਨ ਦੀ। कांग्रेस हमेशा से एक क्षेत्र के लोगों को दूसरे से लड़ाती रहती है ताकि उनकी गाड़ी चल जाए। ये कांग्रेस के जो मुख्यमंत्री ने जो कल बयान दिया है और जिस पर ये दिल्ली का परिवार है उनका मालिक, वो बगल में खड़े रह करके तालियां बजा रहा था, बताइए। और ये पूरे देश ने देखा है। अपने इन बयानों से ये लोग किसका अपमान कर रहे हैं। यहां का कोई ऐसा गांव नहीं होगा, कोई ऐसा गांव नहीं होगा जहां हमारे उत्तर प्रदेश के भाई बहन या हमारे के बिहार के भाई बहन यहां पर मेहनत ना करते हो, ऐसा कोई गांव नहीं होगा भाइयों। संत रविदास जी कहां पैदा हुए थे? क्या पंजाब में पैदा हुए थे क्या? संत रविदास जी
उत्तर प्रदेश के बनारस में पैदा हुए थे, काशी में पैदा हुए थे, और आप कहते हो उत्तर प्रदेश के भाइयों को घुसने नहीं दोगे, तो क्या आप संत रविदास जी को भी निकाल दोगे? क्या संत रविदास जी के नाम को मिटा दोगे? क्या भाषा बोलते हो तुम लोग? इतना ही नहीं, मैं जरा पूछना चाहता हूं, गुरु गोविंद सिंह जी का जन्म कहां हुआ था? गुरु गोविंद सिंह जी का जन्म कहां हुआ था? पटना साहिब में हमारे गुरु महाराज गुरु गोविंद सिंह का जन्म हुआ था, और आप पटना में हुआ, बिहार में हुआ, और तुम कहते हो बिहार के लोगों को घुसने नहीं देंगे। तो क्या तुम गुरु गोविंद सिंह महाराज का अपमान करोगे? पंजाब में डबल इंजन की सरकार बनाना है। डबल इंजन की सरकार का मतलब क्या? पंजाब का इस दशक में सबसे तेज विकास। डबल इंजन की सरकार का मतलब पंजाब से रेत माफिया, ड्रग माफिया, इनकी विदाई। देश के इतने सारे राज्य हैं, जब कांग्रेस एक बार गई तो फिर कभी लौटकर आई ही नहीं। और जहां भाजपा को आशीर्वाद मिल गया, वहां तो कांग्रेस जड़ मूल से साफ हो गई। पंजाब के किसानों को आज नई सोच और नए विजन वाली सरकार चाहिए। आज किसान को बेहतर फसल, कम लागत और बेहतर कीमत की जरूरत है। इसके लिए हमारी सरकार बीज से बाजार तक नई व्यवस्था बना रही है। ये भाजपा की सरकार है जिसने जल जीवन मिशन शुरू किया है। आज हम पंजाब के घर घर में साफ पानी का कनेक्शन देने के लिए, नल से जल पहुंचाने के लिए हम बहुत तेज गति से काम कर रहे हैं। ये लोग आज जो वादे कर रहे हैं, वो एक प्रकार से आपके घर में रोशनी लाने का वादा नहीं है, आपके जेब के पैसे बचाने का वादा नहीं है। ये ऐसा रास्ता है जो पूरे पंजाब को कुछ ही वर्षों में अंधकार में डुबो देगा। बिजली के कारखाने चलाने की ताकत नहीं होगी, पूरा पंजाब अंधेरे में फंस जाएगा। ये रास्ता इन्होंने चुना है। आप मुझे बताइए, क्या पंजाब में अंधेरा आने देना है? अंधेरा आने देना है? अंधेरा आने देना है तो इन लोगों को दिल्ली में ही रोक लो भैया, आने मत दो यहां। साथियों, 84 के दंगों के समय जब कांग्रेस के नेता नौसंवार चल रहा था, और कांग्रेस के नेता क्या कर रहे थे, हुक्म कहां से आ रहे थे, ये आपसे ज्यादा और कौन जानता है भाइयों। तो ये बीजेपी के नेता, हमारे कार्यकर्ता, हमारे सिख भाई परिवारों को बचाने के लिए, मैं उस समय गुजरात में था, एक भी परिवार को तकलीफ नहीं होने दी, एक भी परिवार को। ਤਾਂ ਵੱਡੇ ਦਿੱਗਜ ਪੰਜਾਬ ਦੇ ਵਿੱਚ ਡਟੇ ਹੋਏ ਨੇ, ਚੋਣ ਪ੍ਰਚਾਰ ਜ਼ੋਰ ਸ਼ੋਰ ਦੇ ਨਾਲ ਚਲਾ ਰਹੇ ਨੇ। ਅਗਲੇ 65 ਘੰਟੇ, ਜਿਵੇਂ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ ਅਗਲੇ 65 ਘੰਟੇ ਪੰਜਾਬ ਦੀ ਹਰ ਖਬਰ ਤੇ ਨਜ਼ਰ ਨਿਊਜ਼ 18 ਹਰ ਅਪਡੇਟ ਤੁਹਾਨੂੰ ਦੇਵੇਗਾ, ਔਰ ਹਰ ਚਿਹਰੇ ਦਾ ਜ਼ਿਕਰ ਅਸੀਂ ਕਰਾਂਗੇ। ਕਿਹੜੇ-ਕਿਹੜੇ ਕੇਂਦਰ ਦੇ ਵੱਡੇ ਚਿਹਰੇ ਇਸ ਵੇਲੇ ਪੰਜਾਬ ਦੇ ਚੋਣ ਮੈਦਾਨ 'ਚ ਡਟੇ ਹੋਏ ਨੇ, ਇੱਕ-ਇੱਕ ਕਰਕੇ। बिल्कुल एक एक करके, क्योंकि अगले दिन, अगले 24 घंटे 24-25 घंटे ਵੱਡੇ ਚਿਹਰੇ, ਦਿੱਗਜ ਚਿਹਰੇ ਪੰਜਾਬ ਦੇ ਵਿੱਚ ਨਜ਼ਰ ਆਉਣਗੇ। ਪ੍ਰਿयंका ਗਾਂਧੀ ਪਹੁੰਚੇ ਹੋਏ ਨੇ, ਉਹਨਾਂ ਨਾਲ ਜੁੜੀ ਵੱਡੀ ਖਬਰ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਕੇਜਰੀਵਾਲ ਦੇ ਉੱਤੇ ਪਲਟਵਾਰ ਕਰ ਰਹੇ ਨੇ ਪ੍ਰਿयंका ਗਾਂਧੀ। ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤਾਬੜਤੋੜ ਪ੍ਰਚਾਰ ਹੈ ਪ੍ਰਿयंका ਗਾਂਧੀ ਦਾ। ਰਾਹੁਲ ਗਾਂਧੀ ਦਾ
ਦੂਜੇ ਪਾਸੇ ਪੰਜਾਬ ਵਾਲੇ ਲੀਡਰ ਤਾਂ ਲੱਗੇ ਹੋਏ ਨੇ। ਗੁਜਰਾਤ ਮਾਡਲ ਦੀ ਪੋਲ ਖੁੱਲੀ ਹੈ, ਦਿੱਲੀ ਤੇ ਗੁਜਰਾਤ ਮਾਡਲ ਦੀ ਪੋਲ ਖੁੱਲੀ ਹੈ। ਪ੍ਰਿयंका ਗਾਂਧੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਮੇਂ ਹੋ ਕੀ ਰਿਹਾ ਹੈ? ਆਮ ਆਦਮੀ ਪਾਰਟੀ ਆਪਣਾ ਦਿੱਲੀ ਮਾਡਲ ਲੈ ਕੇ ਪੰਜਾਬ ਦੇ ਵਿੱਚ ਹੈ ਕਿ ਦਿੱਲੀ ਵਾਲਾ ਮਾਡਲ, ਇਸ ਦੇ ਹਿਸਾਬ ਨਾਲ ਸਾਨੂੰ ਵੋਟਾਂ ਪਾਓ, ਜਦਕਿ ਬੀਜੇਪੀ ਇਸ ਤੋਂ ਪਹਿਲਾਂ ਗੁਜਰਾਤ ਮਾਡਲ ਦਾ ਜ਼ਿਕਰ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਹੈ ਉਸ ਦੇ ਵਿੱਚ ਬਹੁਤ ਕਰ ਚੁੱਕੀਆਂ ਨੇ। ਤੇ ਇਸ ਵਿਚਾਲੇ ਹੁਣ ਮੈਦਾਨ ਦੇ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਹੁਣ ਕੱਟੇ ਹੋਏ ਨੇ ਔਰ ਪ੍ਰਿयंका ਗਾਂਧੀ ਦੇ ਨਿਸ਼ਾਨੇ ਤੇ ਮੋਦੀ ਵੀ ਕਹਿ ਰਹੇ ਨੇ ਕਿ ਨਾ ਗੁਜਰਾਤ ਮਾਡਲ ਨਾ ਦਿੱਲੀ ਮਾਡਲ, ਪੰਜਾਬ ਦਾ ਮਾਡਲ ਸਿਰਫ ਚਰਨਜੀਤ ਚੰਨੀ ਕੋਲ ਹੈ ਔਰ ਅਸੀਂ ਉਹ ਮਾਡਲ ਲੋਕਾਂ ਤੱਕ ਪਹੁੰਚਾ ਰਹੇ ਹਾਂ। ਪਹਿਲਾਂ ਕਰਕੇ ਦਿਖਾਇਆ ਤੇ ਅੱਗੇ ਇਸ ਨੂੰ ਅੱਗੇ ਵਧਾਵਾਂਗੇ। 111 ਦਿਨਾਂ ਦਾ ਜ਼ਿਕਰ ਪ੍ਰਿयंका ਗਾਂਧੀ ਵੱਲੋਂ ਵਾਰ-ਵਾਰ ਕੀਤਾ ਗਿਆ। ਬਿਲਕੁਲ, ਔਰ ਵੋਟਾਂ ਦੀ ਅਪੀਲ ਆਪਣੇ ਆਪਣੇ ਤਰੀਕੇ ਦੇ ਨਾਲ ਦੂਜਿਆਂ ਤੇ ਨਿਸ਼ਾਨੇ ਸਾਧ ਕੇ ਆਪਣੇ ਕੰਮਾਂ ਦਾ ਬਖਾਨ ਕਰਕੇ ਜਾਂ ਫਿਰ ਆਪਣੀ ਪਿੱਠ ਥਾਪੜ ਕੇ ਜਾਂ ਆਪਣੇ ਉਮੀਦਵਾਰਾਂ ਦੀ ਪਿੱਠ ਥਾਪੜ ਕੇ, ਇਸ ਤਰੀਕੇ ਨਾਲ ਹੀ ਹੁੰਦਾ ਹੈ। ਉਹ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ। ਜੇ ਦਿੱਲੀ ਤੋਂ ਕੇਜਰੀਵਾਲ ਆਉਂਦੇ ਨੇ ਤੇ ਉਹ ਭਗਵੰਤ ਮਾਨ ਦੀ ਪਿੱਠ ਥਾਪੜਦੇ ਨੇ, ਪ੍ਰਿयंका ਗਾਂਧੀ ਆਏ ਨੇ ਤਾਂ ਫਿਰ ਸਿੱਧੂ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੀ ਪਿੱਠ ਥਾਪੜਦੇ ਨੇ, ਜੇ ਮੋਦੀ ਆਉਂਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਕੈਪਟਨ ਦੀ ਤੇ ਆਪਣੇ ਬਾਕੀ ਉਮੀਦਵਾਰਾਂ ਦੀ, ਅਸ਼ਵਨੀ ਸ਼ਰਮਾ ਹੋਣ ਜਾਂ ਜਿਹੜੇ ਹੋਰ ਬੀਜੇਪੀ ਦੇ ਆਗੂ ਨੇ ਉਹਨਾਂ ਦੀ ਪਿੱਠ ਥਾਪੜੀ ਜਾਂਦੀ ਹੈ। ਇੱਕ ਟ੍ਰੈਂਡ ਹੈ, ਇੱਕ ਕੋਸ਼ਿਸ਼ ਹੈ ਵੋਟਰਾਂ ਤੱਕ ਪਹੁੰਚ ਕਰਨ ਦੀ, ਆਪਣੀ ਗੱਲ ਰੱਖਣ ਦੀ। ਸਾਰੀਆਂ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਅਖੀਰਲੇ 2 ਦਿਨ ਬਚੇ ਨੇ ਉਦੋਂ ਪੂਰੀ ਤਾਕਤ ਲਗਾ ਦਿੱਤੀ ਜਾਵੇ, ਜਿਵੇਂ ਆਪਾਂ ਗੱਲ ਕਰ ਰਹੇ ਸੀ 24 ਘੰਟੇ ਪਹਿਲਾਂ ਦੀ, ਕਿਉਂਕਿ ਸਮੀਕਰਨ ਬਦਲਣ ਦੀ ਕੋਸ਼ਿਸ਼ ਹੁੰਦੀ ਹੈ ਸਾਰੀਆਂ ਪਾਰਟੀਆਂ ਦੀ। ਔਰ ਇਸੇ ਚੱਕਰ 'ਚ ਵੱਡੇ ਲੀਡਰ ਜਿਹੜੇ ਨੇ ਪੰਜਾਬ ਦਾ ਰੁਖ ਕਰਿਆ ਹੋਇਆ ਉਹਨਾਂ ਨੇ। ਬਿਲਕੁਲ, ਸਮੀਕਰਨ ਕਿੰਨੇ ਬਦਲਣਗੇ ਨਹੀਂ ਬਦਲਣਗੇ ਲੋਕ ਤੈਅ ਕਰਨਗੇ ਐਤਵਾਰ ਦਾ ਦਿਨ ਜਦੋਂ ਵੋਟਾਂ ਪਾਉਣੀਆਂ ਨੇ। ਪਰ ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਪ੍ਰਿयंका ਗਾਂਧੀ। उसी तरह से केजरीवाल जी ने भी बहुत बढ़िया बड़े बड़े खर्चे हैं, हजारों करोड़ रुपए विज्ञापनों पे। किसान कानून बनाया किसने? बड़े मियां जी ने। और सबसे पहले लागू करने वाले, उसको नोटिफाई करने वाले कौन? छोटे मियां। आंगनवाड़ी, आशा बहुएं सब दुखी, चाहे बड़े मियां जी की सरकार में चाहे छोटे मियां जी की सरकार में। आज भी आंदोलन, कल भी आंदोलन कर रही थी, सब सड़क पे बैठी थी। केजरीवाल जी ड्रग माफिया के सामने झुक गए। उन्होंने कहा आपको खूब रोजगार मिलेंगे। मोदी जी ने तो कहा था 20-25 लाख रोजगार देने वाले थे, तमाम बेरोजगार पड़े हुए नौजवान हर प्रदेश में। केजरीवाल जी ने कितने रोजगार दिए आपको मालूम है अपने राज्य में? बताइए। 440 नौकरियां दी हैं, 440 बस। सत्ता में आने के लिए तो कुछ भी कर डालेंगे। उनके एक साथी है, उनका कल बयान आया था, कह रहे थे कि केजरीवाल जी ने मुझे कहा कि अगर पंजाब के सीएम नहीं तो ठीक है, दुनिया के पहले नए देश के पीएम तो बन जाऊंगा मैं। समझे आप बात? आतंकवादियों के घर में जाके रहते हैं एक छोटे मियां साहब, और बड़े मियां किसानों को आतंकवादी कहते हैं। यह है सच्चाई आपके सामने कि सत्ता में रहने के लिए कुछ भी कर डालेंगे। पैसों का इस्तेमाल, आतंकवादियों के पास चले जाएंगे, धर्म का इस्तेमाल, जज्बातों का इस्तेमाल। लेकिन ये आपके विकास के लिए नहीं है, आपको आगे बढ़ाने के लिए नहीं है, ये खुद को आगे बढ़ाने के लिए, खुद के विकास के लिए है। कि असलियत ये है कि आपकी जो पंजाबियत है उसको बचाने वाले इस प्रदेश में आपके सामने जो मुख्यमंत्री जी चन्नी जी हैं वो है। आपकी पंजाबियत को बचाने वाले कांग्रेस के तमाम लीडर, बिट्टू जी जैसे, अमित जी जैसे, यहाँ मौजूद जैसे जितने भी लीडर हैं उनके जैसे, ये है आपकी पंजाबियत को बचाने वाले। क्योंकि ये वो नकली सरदार नहीं है जो मंच पे खड़े होकर बनावटी पगड़ी पहनते हैं। ये असली सरदार है, ये असली सरदार है, इनके दिलों में पंजाबियत है, हिम्मत वाले हैं। चन्नी जी ने 111 दिन में जितने हिम्मत वाले ठोस निर्णय लिए हैं, आप मुझे कोई भी सरकार दिखा दीजिए इस पूरे देश में जिसने 111 दिनों में इतना काम किया हो। हमें मालूम है कि जो कांग्रेस की पिछली सरकार थी उसमें खामियां थी, उनको दुरुस्त करने के लिए हम तेजी से काम कर रहे हैं। इसीलिए चन्नी जी आज आए हैं आपके सामने और इतनी तेजी से उन्होंने इतनी अच्छी अच्छी घोषणाएं की हैं। किस लिए की हैं?
आपके लिए किए हैं, क्योंकि ये सरकार जो है, कांग्रेस की जो सरकार है, वो आपके लिए काम करती है, किसी और के लिए नहीं काम करती। अपने लिए नहीं कि अपने आप को आगे बढ़ा दिया, भूल गए कि स्टेज पे बिठाने वाले, नेता बनाने वाले कौन हैं? आप ही हैं। ਤਾਂ VOTING ਦੇ ਲਈ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ। 65 ਘੰਟੇ ਦਾ ਜ਼ਿਕਰ ਅਸੀਂ ਲਗਾਤਾਰ ਕਰ ਰਹੇ ਹਾਂ। 65 ਘੰਟੇ ਦੇ ਵਿੱਚ ਕਿਹੜੇ-ਕਿਹੜੇ ਲੀਡਰ ਪੰਜਾਬ ਦੇ ਵਿੱਚ ਪਹੁੰਚੇ, ਤਾਬੜਤੋੜ ਰੈਲੀਆਂ ਕਰ ਰਹੇ ਨੇ, ਨਿਸ਼ਾਨੇਬਾਜ਼ੀ ਦਾ ਦੌਰ ਚੱਲ ਰਿਹਾ ਹੈ। ਕਿਹਦਾ ਨਿਸ਼ਾਨਾ ਗੌਰਵ ਸਿੱਧਾ ਜਾ ਕੇ ਬੱਚੀ ਦੀ ਅੱਖ ਤੇ ਲੱਗੂਗਾ, ਸਭ ਦੀ ਇਹ ਕੋਸ਼ਿਸ਼ ਹੈ। ਬਿਲਕੁਲ ਕੋਸ਼ਿਸ਼ ਇਹੀ ਹੈ, ਪਰ ਸਵਾਲ ਇਹ ਵੀ ਹੈ ਕਿ ਵਾਕਈ ਇਹਨਾਂ ਭਾਸ਼ਣਾਂ ਦੇ ਨਾਲ ਵੋਟਰਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ। ਪਰ ਜੋ ਅਹਿਮ ਹੈ, ਇਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀ ਕਹਿ ਰਹੇ ਹੋ ਸੁਣਾਵਾਂਗੇ। ਪਰ ਵਿਜੇ ਇੱਥੇ ਅਹਿਮ ਇਹ ਵੀ ਹੈ ਕਿ ਦੂਜਿਆਂ ਨੂੰ ਕਿਸ ਤਰੀਕੇ ਨਾਲ ਭੰਡਿਆ ਜਾਵੇ, ਉਹ ਵੀ ਉਹਦੇ ਉੱਪਰ ਜ਼ਿਆਦਾ ਫੋਕਸ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਵੋਟਾਂ ਨਾ ਮਿਲ ਜਾਣ, ਕੋਈ ਵੀ ਹੋਵੇ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਉਹ ਵੀ ਇਸ ਸਮੇਂ ਇਲੈਕਸ਼ਨ ਦੇ ਵਿੱਚ ਆਮ ਤੌਰ ਤੇ ਨਜ਼ਰ ਆਉਂਦੀ ਹੈ, ਇੱਕ ਵਾਰ ਫਿਰ ਤੋਂ ਨਜ਼ਰ ਆ ਰਹੀ ਹੈ। ਔਰ ਇਸ ਵਾਰ ਭਾਸ਼ਣ ਨੇਤਾਵਾਂ ਦੇ ਲੰਬੇ ਵੀ ਹੋ ਰਹੇ ਆ, ਕਿਉਂਕਿ ਜ਼ਿਕਰ 2-2 3-3 ਪਾਰਟੀਆਂ ਦਾ ਕਰਨਾ ਪੈਂਦਾ। ਪਹਿਲਾਂ ਸਿੱਧੀ ਆਮੋ ਸਾਹਮਣੇ 2 ਪਾਰਟੀ ਸਿਸਟਮ ਸੀ, ਇੱਕ ਦੂਜੇ ਤੇ ਨਿਸ਼ਾਨੇ ਲਾਉਂਦੇ ਸੀ। ਹੁਣ ਜੇ ਅੱਜ ਪ੍ਰਿਯੰਕਾ ਗਾਂਧੀ ਬੋਲ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਬੜੇ ਮੀਆਂ ਔਰ ਛੋਟੇ ਮੀਆਂ, ਯਾਨੀ ਪ੍ਰਧਾਨ ਮੰਤਰੀ ਦਾ ਜ਼ਿਕਰ ਉਹਨਾਂ ਨੇ ਕੀਤਾ, ਫਿਰ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕੀਤਾ, ਫਿਰ ਤੀਜੇ ਨੰਬਰ ਤੇ ਅਕਾਲੀ ਦਲ ਦਾ ਜ਼ਿਕਰ ਆਇਆ। ਸੋ ਸਪੀਚਾਂ ਲੰਬੀਆਂ ਵੀ ਹੋ ਰਹੀਆਂ ਨੇ ਅੱਜ ਕੱਲ੍ਹ, ਬਹੁਤ ਸੋਹਣੀ ਮੁਕਾਬਲੇ ਦਾ ਅਸਰ ਨਜ਼ਰ ਆ ਰਿਹਾ ਹੈ। ਖੈਰ VOTING ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਜੁੜੀ ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੂਰੀ ਵਾਹ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਖੁਦ ਇਸ ਵਾਰ 2 ਸੀਟਾਂ ਤੇ ਚੋਣ ਮੈਦਾਨ ਦੇ ਵਿੱਚ ਨੇ। ਚਮਕੌਰ ਸਾਹਿਬ ਉਹਨਾਂ ਦੀ ਜੱਦੀ ਸੀਟ ਤੇ ਦੂਜੇ ਪਾਸੇ ਭਦੌੜ ਤੇ ਨਾਲ ਉਹਨਾਂ ਦੇ ਵੱਲੋਂ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਹੈ ਕਿ ਬਾਕੀ ਥਾਵਾਂ ਦੇ ਉੱਤੇ ਪਹੁੰਚ ਕੇ ਜਿਹੜੀ ਕਰ ਵੀ ਰਹੇ ਆ, ਕਰ ਵੀ ਰਹੇ ਜਿਹੜੇ ਬਾਕੀ ਉਮੀਦਵਾਰ ਨੇ, ਕਿਉਂਕਿ ਸੀਐਮ ਉਹਨਾਂ ਦੇ ਹੱਕ ਦੇ ਵਿੱਚ 2 ਸੀਟਾਂ ਨਾਲ ਗੱਲ ਨਹੀਂ ਬਣਨੀ। ਔਰ ਪਿਛਲੇ ਦਿਨ ਹੀ ਨਵਜੋਤ ਸਿੰਘ ਸਿੱਧੂ ਕਹਿ ਕੇ ਵੀ ਗਏ ਆ ਵੀ ਜਿਹੜਾ ਚਿਹਰਾ ਐਲਾਨਿਆ ਇਹ ਜ਼ਿੰਮੇਵਾਰੀ ਉਹਦੀ ਹੈ, ਸੋ ਉਹਨਾਂ ਨੂੰ ਨਿਭਾਉਣੀ ਪੈ ਰਹੀ ਹੈ। ਉਸ ਤਰੀਕੇ ਬਿਲਕੁਲ ਨਿਭਾਉਣੀ ਪੈ ਰਹੀ ਹੈ। ਖੈਰ ਬਹੁਤ ਸਾਰੇ ਮੁੱਦੇ ਨੇ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਪੰਕਜ ਕਪਾਹੀ ਨੇ, ਉਹ ਤੁਹਾਨੂੰ ਸੁਣਾਉਂਦੇ ਹਾਂ। ਚਰਨਜੀਤ ਸਿੰਘ ਚੰਨੀ ਲਗਾਤਾਰ ਪ੍ਰਚਾਰ ਕਰ ਰਹੇ ਔਰ ਹੁਣ ਕੁਝ ਹੀ ਦਿਨ ਬਚੇ ਨੇ। ਚੰਨੀ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਚੰਨੀ ਸਾਹਿਬ, ਕਿਸ ਤਰੀਕੇ ਨਾਲ ਮਾਹੌਲ ਇਸ ਵੇਲੇ ਲੱਗ ਰਿਹਾ, ਕਿੰਨੀਆਂ ਸੀਟਾਂ ਜਿਹੜੀਆਂ ਇਸ ਵੇਲੇ ਲੱਗ ਰਹੀਆਂ ਕਿ ਕਾਂਗਰਸ ਜਿਹੜੀ ਉਹ ਫਤਿਹ ਕਰ ਸਕਦੀ ਹੈ? ਬਹੁਤ ਹੀ ਵਧੀਆ ਮਾਹੌਲ ਹੈ। ਕਾਂਗਰਸ ਪਾਰਟੀ ਦੀਆਂ ਰੈਲੀਆਂ ਦੇ ਵਿੱਚ ਲੋਕ ਇਸ ਤਰ੍ਹਾਂ ਆ ਰਹੇ ਜਿਸ ਤਰ੍ਹਾਂ ਮੇਲੇ ਜਾ ਰਹੇ ਹੁੰਦੇ। ਆਮ ਆਦਮੀ ਪਾਰਟੀ ਦੀਆਂ ਰੈਲੀਆਂ 'ਚ ਹੁਣ ਇਸ ਤਰ੍ਹਾਂ ਜਾਣ ਲੱਗ ਗਏ ਹੈ ਜਿਸ ਤਰ੍ਹਾਂ ਭੋਗ ਪਰ ਜਾ ਰਹੇ ਹੁੰਦੇ। ਇੱਕ ਡਰਾਸਟਿਕ ਚੇਂਜ ਆਈ ਹੈ ਔਰ ਵੱਡੇ ਪੱਧਰ ਤੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਕੇ ਕਾਂਗਰਸ ਪਾਰਟੀ ਨੂੰ 2/3 ਮੈਜੋਰਟੀ ਦੇ ਨਾਲ ਜਿਤਾਉਣ ਜਾ ਰਹੇ। ਅਰਵਿੰਦ ਕੇਜਰੀਵਾਲ ਨਿਊਜ਼ 18 ਤੇ ਆਏ ਸੀ, ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਹਾਰ ਰਹੇ ਨੇ। ਕਹਿੰਦੇ ਭਦੌੜ ਵੀ ਹਾਰ ਰਹੇ, ਚਮਕੌਰ ਸਾਹਿਬ ਵੀ ਹਾਰ ਰਹੇ, ਮੇਰੇ ਕੋਲ ਲਿਖ ਕੇ ਲੈ ਲਓ। ਕਹਿੰਦੇ ਮੈਂ ਲਿਖ ਕੇ ਦੇ ਰਿਹਾ ਔਰ ਉਹਨਾਂ ਨੇ ਲਿਖ ਕੇ ਦਿੱਤਾ। ਉਹਦੇ ਲਿਖਣ ਨਾਲ ਕੀ ਫਰਕ ਪੈਂਦਾ ਹੈ? ਪਰਸੋਂ ਨੂੰ ਵੋਟਾਂ ਦੇ ਬਾਅਦ ਪਾੜ ਦੂਗਾ ਔਰ ਮਾਫੀ ਮੰਗ ਲੂਗਾ। ਕਿੰਨੇ ਬੰਦਿਆਂ ਤੋਂ ਮਾਫੀ ਮੰਗ ਚੁੱਕਿਆ, ਮਜੀਠੀਏ ਤੋਂ ਮਾਫੀ ਮੰਗੀ ਹੈ। ਮੈਂ ਇਹ ਨਹੀਂ ਲਿਖ ਕੇ ਦਊਂਗਾ। ਹਾਲਾਂਕਿ ਮੈਨੂੰ ਵੀ ਪਤਾ ਕਿ ਭਗਵੰਤ ਮਾਨ ਨੂੰ ਇਹ ਆਪੇ ਹਰਾ ਰਿਹਾ ਤੇ ਆਪ ਮੁੱਖ ਮੰਤਰੀ ਬਣਨਾ ਚਾਹੁੰਦਾ ਜਾਂ ਉਹ ਰਾਘਵ ਚੱਡੇ ਨੂੰ ਬਣਾਉਣਾ ਚਾਹੁੰਦਾ। ਹੁਣੇ ਤੁਹਾਨੂੰ ਲਿਖ ਕੇ ਦਿੰਦਾ ਕਿ ਮੈਂ ਗਰੀਬ ਘਰ ਦੇ ਵਿੱਚ ਜੰਮਿਆ, ਥੱਲੇ ਵੀ ਕੱਚਾ ਸੀ, ਉੱਪਰ ਵੀ ਕੱਚਾ ਸੀ। ਮੇਰੀ ਮਾਂ ਤੇ ਅਸੀਂ ਟੋਬੇ ਚੋਂ ਗਾਰਾ ਲਿਆਉਣਾ, ਉਹਦੇ ਤੂੜੀ ਪਾਉਣੀ, ਉਹਦੇ 'ਚ ਗੋਹਾ ਪਾਉਣਾ, ਉਹਦਾ ਗਾਰਾ ਬਣਾ ਕੇ ਘਰ ਲਿਪਣਾ, ਛੱਤ ਲਿਪਣੀ। ਲੇਕਿਨ ਅੱਜ ਵੀ ਹਜ਼ਾਰਾਂ ਘਰ ਕੱਚੇ ਆ ਪੰਜਾਬ 'ਚ। ਚਰਨਜੀਤ ਚੰਨੀ ਮੁੱਖ ਮੰਤਰੀ ਬਣਿਆ ਤਾਂ 6 ਮਹੀਨੇ ਦੇ ਅੰਦਰ ਅੰਦਰ ਕਿਸੇ ਦਾ ਵੀ ਘਰ ਕੱਚਾ ਨਹੀਂ ਰਹੇਗਾ। ਇਹ ਮੈਂ ਗਾਰੰਟੀ ਦਿੰਦਾ, ਇਹ ਮੈਂ ਲਿਖ ਕੇ ਦਿੰਦਾ। ਇਹ ਕੀ ਕਹਿ ਰਹੇ? ਕਹਿੰਦੇ ਦੋਵੇਂ ਸੀਟਾਂ ਹਾਰ ਰਹੇ ਭਦੌੜ ਤੇ। ਯਾਰ ਉਹਨਾਂ ਦੇ ਕਹਿਣ ਨਾਲ ਹਾਰ ਜਾਣੀ ਹੈ। ਉਹ ਤਾਂ ਪਿਛਲੀ ਵਾਰੀ ਕਹਿ ਰਹੇ ਸੀ 100 ਜਿੱਤ ਰਹੇ ਆ, ਉਹ ਜਿੱਤੇ 20, ਉਹਨਾਂ ਚੋਂ 10 ਨਹੀਂ ਰਹੇ ਉਹਨਾਂ ਦੇ ਨਾਲ। 4 ਉਹਨਾਂ ਦੇ MP ਜਿੱਤੇ, ਉਹਨਾਂ ਚੋਂ 3 ਨਹੀਂ ਰਹੇ ਉਹਨਾਂ ਨਾਲ। ਇਹ ਸਿਰੇ ਦੇ ਝੂਠੇ ਬੰਦੇ ਆ, ਬਾਹਰੋਂ ਆ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ। ਇਹ ਕੋਈ ਸਾਮਰਾਟ ਜ਼ਮੀਨ ਹੈ ਪੰਜਾਬ ਕੇ ਜਿਹੜਾ ਮਰਜ਼ੀ ਕਰ ਲੂਗਾ। ਇਹ ਭਗਵੰਤ ਮਾਨ ਹੈ। ਕੱਲ ਇੱਥੇ ਮੌੜ ਵੀ ਦਾਰੂ ਪੀ ਕੇ ਆ ਗਿਆ, ਕੱਲ ਵੀ। ਯਾਰ ਹੁਣ ਤਾਂ ਵੋਟਾਂ ਵਿੱਚ ਤਾਂ ਟਿਕ ਜਾ। ਇਹ ਸ਼ਰਾਬ ਦੀ ਲੱਤ ਹੈ, ਕਈ ਬੰਦਿਆਂ ਤੋਂ ਨਹੀਂ ਛੱਡ ਹੁੰਦੀ। ਮਾਂ ਦੀ ਸਹੁੰ ਖਾ ਕੇ ਇਹਨੇ ਨਹੀਂ ਛੱਡੀ। ਤੁਸੀਂ ਕਹਿ ਰਹੇ ਹੋ ਕੱਲ ਵੀ ਦਾਰੂ ਭਗਵੰਤ ਮਾਨ ਨੇ ਪੀਤੀ? ਅਰੇ ਮੈਨੂੰ ਹੁਣੇ ਉੱਥੇ ਮੌੜ ਵਾਲਿਆਂ ਨੇ ਦੱਸਿਆ, ਬੋਲ ਵੀ ਨਹੀਂ ਸਕਿਆ, ਇਸ ਤਰ੍ਹਾਂ ਹੀ ਹੱਥ 'ਚ ਕਰਕੇ ਲੰਘ ਗਿਆ। ਮੈਂ ਤੁਹਾਨੂੰ ਦੱਸਦਾ, ਜਿਹਨੇ ਮਾਂ ਦੀ ਸਹੁੰ ਖਾ ਕੇ ਸ਼ਰਾਬ ਨਹੀਂ ਛੱਡ ਸਕਿਆ, ਜਿਹਦੇ ਸ਼ਰਾਬ ਕਰਕੇ ਘਰ ਵਾਲੀ ਛੱਡ ਗਈ, ਜਿਹਦੇ ਘਰ ਸ਼ਰਾਬ ਕਰਕੇ ਉਹਦੇ ਬੱਚੇ ਛੱਡ ਗਏ। ਭਾਈ ਸਾਹਿਬ ਜੀ, ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਫੜਾਉਂਦਾ ਵੀ ਗਿਰ ਜੂਗਾ। ਅਸੀਂ ਪੰਜਾਬ ਕਿਸ ਤਰ੍ਹਾਂ ਫੜਾ ਦਈਏ? ਇਸ ਬੰਦੇ ਨੂੰ ਪੰਜਾਬ ਦਈਏ। ਭਗਵੰਤ ਮਾਨ ਨਾਲ ਮੇਰੀ ਗੱਲ ਹੋ ਰਹੀ ਸੀ, ਕਹਿੰਦੇ ਕਿ ਚੰਨੀ ਗਰੀਬ ਕੋਈ ਨਹੀਂ, ਕਹਿੰਦੇ ਚੰਨੀ ਸਭ ਤੋਂ ਅਮੀਰ ਹੈ। ਕਹਿੰਦੇ ਜਿਹੜੀ ਪ੍ਰਾਪਰਟੀ ਦਾ ਤੁਸੀਂ ਚੈਲੰਜ ਕੀਤਾ ਸੀ, ਮੈਂ ਚੈਲੰਜ ਕਬੂਲ ਕਰਦਾ, ਮੇਰੇ ਨਾਲ ਪ੍ਰਾਪਰਟੀ ਚੇਂਜ ਕਰ ਲੈਣਾ। ਅੱਜ ਵੀ ਫਿਰ ਕੱਲ ਨੂੰ ਮੈਂ ਅੱਜ ਕਹਿਣਾ ਕਿ ਮੈਂ ਪਰਸੋਂ ਨੂੰ ਚਮਕੌਰ ਸਾਹਿਬ ਹੈ, ਕੱਲ ਨੂੰ ਤਾਂ ਮੈਂ ਕਈ ਜਗ੍ਹਾ ਘੁੰਮਣਾ। ਜੇ ਟਾਈਮ ਬਣ ਲਵੇ ਤਾਂ ਕੱਲ ਨੂੰ ਵੀ ਆ ਜਾਵੇ। ਆਪਣੀ ਪ੍ਰਾਪਰਟੀ, ਮੇਰਾ ਘਰ ਔਰ ਉਹਦਾ ਘਰ ਛੱਡ ਕੇ ਆਪਣੇ ਆਪਣੇ ਘਰਾਂ 'ਚ ਰਹੀਏ। ਬਾਕੀ ਦੀ ਜੋ ਮੇਰੀ ਪ੍ਰਾਪਰਟੀ ਮੈਂ ਉਹਦੇ ਨਾਮ ਕਰਦਾ, ਉਹ ਆਪਣੀ ਪ੍ਰਾਪਰਟੀ ਮੇਰੇ ਨਾਮ ਕਰਦਾ। ਨਿਊਜ਼ 18 ਤੇ ਤੁਸੀਂ ਚੈਲੰਜ ਕਰ ਰਹੇ ਹੋ? ਮੈਂ ਚੈਲੰਜ ਕਰ ਰਿਹਾ
ਕਿ ਮੈਨੂੰ ਚਲੋ ਲਿਖ ਕੇ ਹੀ ਦੇ ਦਿਓ ਆ ਪੇਪਰ ਹੈਗਾ ਨਹੀਂ, ਇਹ ਪੇਪਰ ਐ, ਆਪਾਂ ਨਕਲੀ ਜਿਹਾ ਕੰਮ ਨਹੀਂ ਕਰਨਾ। ਐਫੀਡੇਵਿਟ ਦਿੰਦਾ ਮੈਂ, ਉਹ ਕੱਲ ਨੂੰ ਆਵੇ ਤਹਿਸੀਲ ਦੇ ਵਿੱਚ, ਮੇਰੇ ਨਾਲ ਟਾਈਮ ਫਿਕਸ ਕਰੇ ਡੀਸੀ ਦਫ਼ਤਰ 'ਚ ਜਾਂ ਤਹਿਸੀਲ ਦੇ ਵਿੱਚ, ਆਪਣੀ ਪ੍ਰਾਪਰਟੀ ਮੈਨੂੰ ਦੇਵੇ, ਮੈਂ ਉਹਨੂੰ ਆਪਣੀ ਦਿੰਦਾ। ਇੱਕ ਐਫੀਡੇਵਿਟ ਪਰ ਐਗਰੀਮੈਂਟ ਕਰ ਲੈਂਦੇ ਕਿ ਜੀ ਉਹਦੀ ਪ੍ਰਾਪਰਟੀ ਮੇਰੀ ਉਹਦੀ। ਉਹ ਵੀ ਕਹਿ ਰਹੇ ਸੀ, ਕਹਿੰਦੇ ਮੇਰੇ ਨਾਲ ਡਿਬੇਟ ਕਰ ਲੈਣ, ਕਹਿੰਦੇ ਸੁਖਵੀਰ ਬਾਦਲ ਵੀ ਕਰਨ, ਸਿੱਧੂ ਵੀ ਕਰਨ, ਚੰਨੀ ਵੀ ਕਰਨ, ਪ੍ਰਧਾਨ ਮੁੱਖ ਮੰਤਰੀ ਦੇ ਚਿਹਰੇ, ਕਿ ਮੈਂ ਡਿਬੇਟ ਕਰਨ ਨੂੰ ਤਿਆਰ ਹਾਂ ਮੁੱਦਿਆਂ ਦੇ ਉੱਤੇ। 3 ਚਿਹਰੇ ਆ ਮੁੱਖ ਮੰਤਰੀ ਦੇ, ਤਿੰਨਾਂ ਚੋਂ ਇੱਕ ਚੁਣਨਾ ਲੋਕਾਂ ਨੇ। ਹੁਣ ਪਾਰਟੀਆਂ ਦੀ ਲੜਾਈ ਨਹੀਂ ਰਹੀ, ਇਹ ਚਿਹਰਿਆਂ ਦੀ ਲੜਾਈ ਹੋ ਗਈ ਹੈ। ਚਰਨਜੀਤ ਚੰਨੀ ਨੂੰ ਜੇ ਮੇਰਾ 111 ਦਿਨ ਦਾ ਕੰਮ ਚੰਗਾ ਲੱਗਿਆ ਤਾਂ ਮੈਨੂੰ ਚੁਣ ਲੈਣ। ਭਗਵੰਤ ਮਾਨ ਚੰਗਾ ਲੱਗਦਾ ਹੈ, ਉਹਨਾਂ ਨੇ ਸ਼ਰਾਬੀ ਚੁਣਨਾ ਹੈ। ਉਹਨਾਂ ਨੇ ਐਸਾ ਬੰਦਾ ਚੁਣਨਾ ਜਿਹੜਾ ਅਨਪੜ੍ਹ ਹੈ, 12 ਪੜਿਆ, ਉਹਦੇ ਚ 12ਵੀਂ ਚ ਵੀ 3 ਸਾਲ ਲਗਾਏ ਹੈ, ਕੋਈ ਉਹਦੇ ਪਾਸ ਐਜੂਕੇਸ਼ਨ ਨਹੀਂ ਹੈ, ਕੋਈ ਆਦਤ ਚੰਗੀ ਨਹੀਂ ਹੈ, ਗੁਰਦੁਆਰੇ ਦਾਰੂ ਪੀ ਕੇ ਚਲੇ ਜਾਂਦਾ, ਪਾਰਲੀਮੈਂਟ ਦਾਰੂ ਪੀ ਕੇ ਚਲੇ ਜਾਂਦਾ, ਉਹਨੂੰ ਚੁਣਨਾ, ਉਹਨੂੰ ਚੁਣ ਲੈਣਾ। ਸੁਖਬੀਰ ਬਾਦਲ ਜਿਹਨੇ 10 ਸਾਲ ਪੰਜਾਬ ਨੂੰ ਲੁੱਟਿਆ ਕੁੱਟਿਆ, ਮਾਫੀਆ ਰਾਜ ਸਥਾਪਿਤ ਕੀਤਾ, ਜਿਹਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ, ਜਿਹਨੇ ਪੰਜਾਬ ਦੇ ਵਿੱਚ ਕਰਪਸ਼ਨ ਕਰਕੇ ਆਪਣੀਆਂ 1000 ਤੋਂ ਜ਼ਿਆਦਾ ਬੱਸਾਂ ਬਣਾਈਆਂ, ਜਿਹਨੇ ਆਪਣੇ ਹੋਟਲ ਬਣਾਏ ਹੈ, ਜਿਹਨੇ ਰਾਜਨੀਤੀ ਨੂੰ ਗੰਧਲਾ ਕੀਤਾ ਹੈ, ਉਹਨੂੰ ਚੁਣਨਾ, ਉਹਨੂੰ ਚੁਣਨ। ਲੋਕਾਂ ਕੋਲ ਅੱਜ 3 ਚਿਹਰੇ ਹੈ, ਚੌਥਾ ਕੈਪਟਨ ਸ਼ਾਇਦ ਬੀਜੇਪੀ ਵਾਲੇ ਕੈਪਟਨ ਨੂੰ ਬਣਾਉਣਾ ਚਾਹੁੰਦੇ, ਕੈਪਟਨ ਨੂੰ ਚੁਣਨਾ, ਉਹਨੂੰ ਚੁਣ ਲੈਣਾ। ਲੇਕਿਨ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ, ਇਹਨਾਂ 3-4 ਚੋਂ ਕਿਹਨੂੰ ਉਹਨਾਂ ਨੇ ਰੱਖਣਾ ਹੈ। ਡਿਬੇਟ ਜਿਹੜਾ ਉਹ ਕਹਿ ਰਹੇ ਡਿਬੇਟ ਕਰਨ ਲਈ ਤਿਆਰ ਹੋ, ਜਾਂ ਸੁਖਵੀਰ ਬਾਦਲ ਨਾਲ ਡਿਬੇਟ ਕਰਨ ਲਈ ਤਿਆਰ ਹੋ? ਕਹਿੰਦਾ ਜੀ ਮੈਂ ਸਭ ਦੇ ਨਾਲ ਤਿਆਰ ਹਾਂ, ਜਿਹੜਾ ਮਰਜ਼ੀ ਮੇਰੇ ਨਾਲ। ਨਿਊਜ਼ 18 ਤੇ ਆ ਕੇ ਸੁਖਬੀਰ ਬਾਦਲ ਨੂੰ ਮੈਂ ਕਈ ਵਾਰ ਵਿਧਾਨ ਸਭਾ 'ਚ ਭਜਾਇਆ ਡਿਬੇਟ ਤੋਂ। ਇਹਨੂੰ ਤਾਂ ਵਿਚਾਰੇ ਨੂੰ ਆਉਂਦੀ ਹੋ ਕਿ ਆ ਡਿਬੇਟ ਹੈ ਨਾ, ਇਹ ਅਨਪੜ੍ਹ ਬੰਦਾ ਹੈ ਕਿ ਆ ਡਿਬੇਟ ਕਰੇਗਾ। ਇਹ ਤਾਂ ਚੁਟਕਲੇ ਸੁਣਾ ਸਕਦਾ, ਕਵਿਤਾਵਾਂ ਸੁਣਾ ਸਕਦਾ। ਪਰਸੋਂ ਚਮਕੌਰ ਸਾਹਿਬ ਦੀ ਤੁਸੀਂ ਡਿਬੇਟ ਦੀ ਨਿਊਜ਼ 18 ਤੇ ਤੁਸੀਂ ਕਹਿੰਦੇ ਹੋ ਕਿ ਭਗਵੰਤ ਤੁਹਾਡੇ ਨਾਲ ਆ ਕੇ ਕਰ ਲੈਣ, ਭਾਵੇਂ ਪ੍ਰਾਪਰਟੀ ਨੂੰ ਲੈ ਕੇ ਹੋਵੇ, ਮੁੱਦਿਆਂ ਤੇ ਲੈ ਕੇ। ਪ੍ਰਾਪਰਟੀ ਨਾ ਡਿਬੇਟ ਕਰਨ ਦੀ ਲੋੜ ਨਹੀਂ ਹੈ, ਹੁਣ ਸਿੱਧਾ ਚੈਲੰਜ ਹੈ। ਮੇਰਾ ਐਫੀਡੇਵਿਟ ਕਹਿ ਰਿਹਾ ਜੀ ਮੇਰੇ ਪਾਸ 2 ਕਰੋੜ ਦੀ ਪ੍ਰਾਪਰਟੀ ਵੀ ਨਹੀਂ ਹੈ। ਇਹ ਬੰਦਾ ਅਨਪੜ੍ਹ, ਪਤਾ ਨਹੀਂ ਨਸ਼ੇ ਵਿੱਚ ਕਹਿ ਰਿਹਾ, ਇਹ ਕਹਿੰਦਾ ਮੇਰੇ ਪਾਸ 170 ਕਰੋੜ ਦੀ ਪ੍ਰਾਪਰਟੀ ਹੈ। ਆ ਜਾ ਭਾਈ ਲੈ ਲੈ, ਦੇਣ ਨੂੰ ਤਿਆਰ ਹੈ। ਇਹਦੇ ਪਾਸ 25 ਕਿੱਲੇ ਮੈਨੂੰ ਦੇ ਦੇਵੇ, ਮੇਰੇ ਪਾਸ ਕੋਈ ਸਿਆੜ ਵੀ ਨਹੀਂ ਹੈ, ਲੈ ਲਵੇ ਮੇਰੀ। ਦੂਜਾ, ਤੁਹਾਡਾ ਚੋਪਰ ਰੋਕਿਆ ਗਿਆ ਸੀਗਾ ਜਦੋਂ ਪ੍ਰਧਾਨ ਮੰਤਰੀ ਆਏ। ਤੁਸੀਂ ਕਿਹਾ ਕਿ ਮੈਂ ਟੈਰਰਿਸਟ ਥੋੜੀ ਹਾਂ, ਤੁਸੀਂ ਕਿਹਾ ਮੈਂ ਟੈਰਰਿਸਟ ਥੋੜੀ ਹਾਂ, ਸੂਬੇ ਦਾ ਮੁੱਖ ਮੰਤਰੀ ਹਾਂ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ, ਕਹਿੰਦਾ ਕਿ 2014 ਚ ਮੇਰਾ ਵੀ ਰੋਕਿਆ ਗਿਆ ਸੀਗਾ। ਤੇ ਬਦਲਾ ਲੈ ਰਹੇ ਸੀ, ਫਿਰੋਜ਼ਪੁਰ ਵਾਲਾ ਬਦਲਾ ਲੈਣਾ ਮੇਰੇ ਤੋਂ ਕਿ ਜੀ ਫਿਰੋਜ਼ਪੁਰ ਇਹ ਕਿਸਾਨਾਂ ਨੇ ਇਹਨਾਂ ਦਾ ਰੋਕਿਆ ਸੀ ਤੇ ਮੈਂ ਕਿਸਾਨਾਂ ਦੇ ਡਾਂਗਾ ਨਹੀਂ ਚਲਾਈਆਂ, ਮੈਂ ਕਿਸਾਨਾਂ ਦੇ ਗੋਲੀਆਂ ਨਹੀਂ ਚਲਾਈਆਂ। ਮੈਂ ਪੰਜਾਬ ਦੇ ਨਾਲ ਹੈ। ਮੈਨੂੰ ਉਸ ਦਿਨ 6 ਵਜੇ ਤੱਕ ਇਹਨਾਂ ਨੇ ਰੋਕ ਕੇ ਰੱਖਿਆ ਕਿ ਜੀ ਇਸ ਏਰੀਏ ਦਾ ਪ੍ਰਧਾਨ ਮੰਤਰੀ ਆਇਆ ਹੋਇਆ, ਤੁਹਾਡਾ ਚੌਪਰ ਨਹੀਂ ਜਾ ਸਕਦਾ। ਕੀ ਗੱਲ ਮੈਂ ਅੱਤਵਾਦੀ ਹਾਂ? ਮੈਂ ਵੀ ਇੱਕ ਸਟੇਟ ਦਾ ਮੁੱਖ ਮੰਤਰੀ ਹੈ, ਲੋਕਾਂ ਨੇ ਬਣਾਇਆ ਹੋਇਆ। ਪਰ ਜੇ ਪ੍ਰਧਾਨ ਮੰਤਰੀ ਦਾ ਉੱਤਰ ਸਕਦਾ ਤਾਂ ਮੁੱਖ ਮੰਤਰੀ ਦਾ ਉਤਰਨੇ 'ਚ ਕੀ ਦਿੱਕਤ ਹੈ? ਇਸ ਕਰਕੇ ਇਹਨਾਂ ਚਾਲਾਂ ਦੇ ਨਾਲ ਇਹ ਸਾਰੇ ਜਾਣੇ ਇਕੱਠੇ ਹੋ ਕੇ ਪੈਂਦੇ ਆ। ਮੈਨੂੰ ਇਹਨਾਂ ਨੂੰ ਪਤਾ ਹੈ ਕਿ ਇਹਦੀ ਪਪੂਲੈਰਿਟੀ ਡਾਊਨ ਨਹੀਂ ਆ ਰਹੀ। ਪਹਿਲੇ 4 ਦਿਨ ਰਹਿ ਗਏ ਹੈ ਤਾਂ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ, ਆਵਾਜ਼ੇ ਖਲਕਤ ਆਵਾਜ਼ੇ ਖੁਦਾ ਹੋ ਜਾਂਦੀ ਹੈ। ਤਾਂ ਪਰਮਾਤਮਾ ਸਹਾਈ ਹੈ, ਲੋਕ ਨਾਲ ਹੈ, ਇਹ ਕੁਝ ਨਹੀਂ ਕਰ ਸਕਦੇ। ਮੁਕਾਬਲਾ ਕਿਸ ਦੇ ਨਾਲ ਲੱਗ ਰਿਹਾ? ਇੱਕ ਪਾਸੇ ਅਕਾਲੀ ਦਲ ਹੈ, ਉਹ ਦਾਵਾ ਕਰ ਰਿਹਾ ਕਿ ਅਸੀਂ ਸਰਕਾਰ ਬਣਾਵਾਂਗੇ। ਮੇਰੀ ਸਵੇਰੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਹੋਣਗੇ, ਡਿਪਟੀ ਸੀਐਮ ਇੱਕ ਹਿੰਦੂ ਹੋਣਗੇ, ਬੀਐਸਪੀ ਤੋਂ ਦਲਿਤ ਜਿਹੜਾ ਉਹ ਲਿਆਂਦਾ ਜਾਏਗਾ। 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ, ਕਹਿੰਦੇ ਕਿ ਮਨੋਰੰਜਨ ਕਾਲੀਆ ਦਾ ਹੱਕ ਬੰਦਾ ਸੀਗਾ ਬੀਜੇਪੀ ਦਾ ਡਿਪਟੀ ਸੀਐਮ ਬਣਨ ਦਾ, ਲੇਕਿਨ ਆਪਣੇ ਬੇਟੇ ਨੂੰ ਬਣਾ ਦਿੱਤਾ ਸੀ। ਦੇਖੋ, ਪਹਿਲੀ ਗੱਲ ਤਾਂ ਸੁਖਬੀਰ, ਮੇਰਾ ਜਦ ਬਾਪੂ 70 ਸਾਲਾਂ ਦਾ ਹੋਇਆ, 65 ਤੋਂ ਉੱਪਰ ਗਿਆ, ਮੈਂ ਅਸੀਂ ਸਾਰੇ ਪਰਿਵਾਰ ਨੇ ਉਹਨੂੰ ਹੱਥ ਜੋੜ ਕੇ ਕਿਹਾ ਕਿ ਹੁਣ ਟੈਂਟਾਂ ਦਾ ਕੰਮ ਛੱਡ ਦਿਓ, ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ, ਆਪਾਂ ਹੁਣ ਇਹ ਕੰਮ ਨਾ ਕਰੀਏ, ਤੁਸੀਂ ਉਮਰ ਦੇ ਲਿਹਾਜ਼ ਨਾਲ ਰੈਸਟ ਕਰੋ। ਇਹ ਯਾਰ 85 ਸਾਲ ਕੇ 90 ਸਾਲ ਦਾ ਬਜ਼ੁਰਗ ਹੋ ਗਿਆ, 94 ਸਾਲ ਦਾ, ਹੁਣ ਤਾਂ ਉਹਨੂੰ ਰੈਸਟ ਕਰ ਲੈਣ ਦੇਣ। ਕਿਉਂ ਉਹਦੀ ਕਾਇਆ ਦਾ ਨੁਕਸਾਨ ਕਰ ਰਹੇ? ਕਿਉਂ ਉਹਦੀ ਮਿੱਟੀ ਖਰਾਬ ਕਰਨ ਲੱਗੇ ਹੋਏ ਹੈ? ਯਾਰ ਬਜ਼ੁਰਗ ਆਦਮੀ, ਉਹਦੀ ਸੇਵਾ ਕਰੋ, ਸਵੇਰੇ ਸ਼ਾਮ ਉਹਦੇ ਪੈਰ ਦਬਾਓ, ਉਹਦੀ ਇੱਜ਼ਤ ਕਰੋ। ਕਾਹਦੇ ਵਾਸਤੇ ਉਹਨੂੰ ਕੰਮ 'ਚ ਲਾਇਆ ਵਾ? ਫੇਰ ਉਹਨੂੰ ਖੜਾ ਕਰਤਾ ਉੱਥੇ ਤੇ, ਤੁਰਿਆ ਉਹ ਤੋਂ ਜਾਂਦਾ ਨਹੀਂ, ਗੱਲ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਫੇਰ ਉਹਨੂੰ ਵਰਤੀ ਜਾ ਰਹੇ ਹੈ। ਕਿੰਨੀ ਕੁ ਦੇਰ ਸੁਖਬੀਰ ਬਾਪੂ ਦੇ ਨਾਂ ਪਰ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ? ਅਲਟੀਮੇਟਲੀ ਸੁਖਬੀਰ ਬਾਦਲ ਤੇ ਮਜੀਠੀਏ ਨੇ, ਅਕਾਲੀ ਦਲ ਮਾੜੀ ਪਾਰਟੀ ਨਹੀਂ ਸੀ ਲੇਕਿਨ ਇਹਨਾਂ ਨੇ ਖਰਾਬ ਕਰਤੀ। ਜਦ ਤੱਕ ਇਹ ਅਕਾਲੀ ਦਲ ਤੇ ਬੀਜੇਪੀ ਦੇ ਉਹਦੇ ਲੀਡਰ ਹੈ ਦੋਨੋਂ ਅਕਾਲੀ ਦਲ ਦੇ, ਤਾਂ ਅਕਾਲੀ ਦਲ ਅੱਗੇ ਨਹੀਂ ਆ ਸਕਦਾ। ਕਾਂਗਰਸ ਇਸ ਵੇਲੇ ਕੋਈ ਆંકੜਾ ਲੈ ਕੇ ਚੱਲ ਰਹੇ ਹੋ ਕਿ ਇੰਨੀਆਂ ਸੀਟਾਂ ਕਾਂਗਰਸ ਜਿਹੜੀ ਉਹ ਜਿੱਤ ਸਕਦੀ ਹੈ?
ਕਾਂਗਰਸ ਪਾਰਟੀ 2/3 ਮੈਜੋਰਟੀ ਵੱਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਅਸੀਂ 2/3 ਮੈਜੋਰਟੀ ਦੇ ਨਾਲ ਸਰਕਾਰ ਬਣਾਉਣੀ ਹੈ ਔਰ ਲੋਕਾਂ ਦੀ ਸਰਕਾਰ ਹੋਏਗੀ। ਜਿਸ ਤਰ੍ਹਾਂ 111 ਦਿਨਾਂ ਦੇ ਵਿੱਚ ਕੰਮ ਕੀਤਾ ਹੈ ਉਸੇ ਤਰ੍ਹਾਂ 5 ਸਾਲ ਕੰਮ ਕੀਤਾ ਜਾਏਗਾ ਔਰ ਵੱਡੇ ਫਾਇਦੇ ਲੋਕਾਂ ਨੂੰ, ਇਹ ਲੋਕ ਹਿੱਤ ਦੀ ਸਰਕਾਰ ਹੋਏਗੀ ਜਿਹਦੇ 'ਚ ਪੜ੍ਹਾਈ ਫ੍ਰੀ ਹੋਏਗੀ, ਜਿਹਦੇ 'ਚ ਹੈਲਥ ਸਰਵਿਸਿਜ਼ ਫ੍ਰੀ ਹੋਣਗੀਆਂ ਤੇ ਜਿਹਦੇ ਵਿੱਚ ਕਿਸੇ ਕੋਈ ਕੱਚੇ ਮਕਾਨ 'ਚ ਨਹੀਂ ਰਹੇਗਾ। ऐसा चाहूँ राज में जहाँ मिले सबनों को अन्न, ਛੋਟ ਬੜੋ ਸਭ ਸਮ ਰਹੇ, ਰਵਿਦਾਸ ਰਹੇ ਪ੍ਰਸੰਨ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਹਿੰਦੇ 111 ਦਿਨਾਂ 'ਚ ਕੁਝ ਨਹੀਂ ਹੁੰਦਾ, ਕਹਿੰਦੇ ਕੁਝ ਨਹੀਂ ਕੀਤਾ, ਉਹ ਸਿਰਫ ਐਲਾਨਬਾਜ਼ੀਆਂ ਨੇ, ਹੋਇਆ ਕੁਝ ਨਹੀਂ। ਕਿਆ ਬਿਜਲੀ ਦੇ ਬਕਾਏ ਮਾਫ ਨਹੀਂ ਹੋਏ? ਲੋਕਾਂ ਤੇ ਪੁੱਛੋ। ਕਿਆ ਬਿਜਲੀ ਦੇ ਰੇਟ 3 ਰੁਪਏ ਘਟੇ ਨਹੀਂ? ਲੋਕਾਂ ਦੇ ਬਿੱਲ ਚੈੱਕ ਕਰੋ। ਪਾਣੀ ਦੇ ਬਕਾਏ ਮਾਫ ਹੋ ਗਏ, ਜਾ ਕੇ ਕਾਗਜ਼ ਦੇਖ ਲਓ। ਪਾਣੀ ਦਾ ਹੁਣ ਬਿੱਲ 50 ਰੁਪਏ ਆਉਂਦਾ, ਪਹਿਲਾਂ 160 ਆਉਂਦਾ ਸੀ। ਬਿਜਲੀ ਦੀਆਂ ਟੈਂਕੀਆਂ ਦੇ ਬਿੱਲ ਮਾਫ ਕਰਤੇ ਆ ਪੁਰਾਣੇ, ਅੱਗੇ ਨੂੰ ਹੁਣ 0 ਆਉਂਦਾ। ਤੁਸੀਂ ਕਿਸੇ ਪਿੰਡ ਦੀ ਟੈਂਕੀ ਦਾ ਬਿੱਲ ਜਾ ਕੇ ਚੈੱਕ ਕਰ ਲਓ ਵੀ ਐਤਕੀ ਕਿੰਨਾ ਆਇਆ। 5 ਰੁਪਏ ਲੀਟਰ ਡੀਜ਼ਲ ਘਟਾਤਾ ਹੈ, ਜਾ ਕੇ ਪੈਟਰੋਲ ਪੰਪ ਪਰ ਚੈੱਕ ਕਰ ਲਓ, ਘੱਟ ਵਿਕਦਾ ਹੈ। ਪੈਟਰੋਲ 10 ਰੁਪਏ ਲੀਟਰ ਘਟਾਤਾ, ਜਾ ਕੇ ਪੈਟਰੋਲ ਪੰਪ ਪਰ ਚੈੱਕ ਕਰ ਲਓ, ਘੱਟ ਵਿਕਦਾ ਹੈ। ਰੇਤਾ 5.5 ਰੁਪਏ ਕਰਤਾ, 22 ਰੁਪਏ ਵਿਕਦਾ ਸੀ, ਜਾ ਕੇ ਚੈੱਕ ਕਰ ਲਓ। ਫਿਰ ਇਹਦੇ 'ਚ ਐਲਾਨ ਕਿਹੜਾ ਹੈ? ਤੁਸੀਂ ਕੁਝ ਲਾਗੂ ਹੋਇਆ। ਮਨਪ੍ਰੀਤ ਬਾਦਲ ਲਈ ਪ੍ਰਚਾਰ ਕਰਨ ਜਾ ਰਹੇ ਹੋ। ਰਾਜਾ ਵੜਿੰਗ ਕਹਿ ਰਹੇ ਸੀ, ਕਹਿੰਦੇ ਸਾਰੇ ਬਾਦਲ ਇਕੱਠੇ ਹੋ ਗਏ, ਕਹਿੰਦੇ ਕਿ ਸਾਰੇ ਬਾਦਲ ਇਕੱਠੇ ਹੋ ਕੇ ਜਿਹੜਾ ਮੈਨੂੰ ਹਰਾ ਰਹੇ। ਮਨਪ੍ਰੀਤ ਬਾਦਲ ਦਾ ਵੀ ਉਹ ਜ਼ਿਕਰ ਕਰ ਰਹੇ ਸੀ। ਦੇਖੋ, ਸਾਡੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤਾ, ਸਾਡੀ ਪਾਰਟੀ ਦੇ ਲੀਡਰ ਹੈ। ਮੇਰਾ ਫਰਜ਼ ਬਣਦਾ ਕਿ ਮੈਂ ਉਹਨਾਂ ਦੇ ਨਾਲ ਜਾ ਕੇ ਖੜਾ। ਜਦੋਂ ਮੈਨੂੰ ਲੋੜ ਸੀ 33,000 ਕਰੋੜ ਰੁਪਈਆ ਸੀ 3 ਮਹੀਨਿਆਂ 'ਚ ਆਮ ਲੋਕਾਂ ਦੇ ਘਰਾਂ 'ਚ ਸਿੱਟਿਆ। ਬਿਜਲੀ ਦੇ ਬਿੱਲ ਮਾਫ ਕੀਤੇ, ਜੋ ਵੀ ਕੀਤਾ 33,000 ਕਰੋੜ ਵੰਡਿਆ। ਇਹ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਇਹੀ ਫਾਈਨਾਂਸ ਮਿਨਿਸਟਰ ਮੈਨੂੰ ਸਿਰ ਮਾਰੀ ਜਾਂਦਾ ਸੀ, ਇਸੇ ਫਾਈਨਾਂਸ ਮਿਨਿਸਟਰ ਨੇ ਚੰਨੀ ਨਾਲ ਰਲ ਕੇ 33,000 ਕਰੋੜ ਵੰਡਤਾ। ਗਰੀਬਾਂ ਦੇ ਘਰ ਪੈਸਾ ਗਿਆ ਔਰ ਅੱਗੇ ਨੂੰ ਜਾਣਾ ਹੈ। ਇਸ ਕਰਕੇ ਅਸੀਂ ਇਹੀ ਕਹਿੰਦੇ ਹਾਂ ਕਿ 111 ਦਿਨ ਚੰਗੇ ਲੱਗੇ ਹੈ ਤਾਂ ਸਾਨੂੰ 5 ਸਾਲ ਪੂਰੇ ਦਿਓ। ਇੱਕ ਸਵਾਲ ਇਹ ਵੀ ਹੈ, ਨਵਜੋਤ ਸਿੱਧੂ ਦਾ ਰੋਲ ਨਵੀਂ ਸਰਕਾਰ 'ਚ ਕੀ ਹੋਏਗਾ? ਰਵਨੀਤ ਬਿੱਟੂ ਕਹਿ ਰਹੇ ਸੀ, ਕਹਿੰਦੇ ਸੁਪਰ ਸੀਐਮ ਦਾ ਰੋਲ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰਹਿਣ ਵਾਲਾ। ਇਹ ਤਾਂ ਹਾਈ ਕਮਾਂਡ ਨੇ ਤੈਅ ਕਰਨਾ ਹੈ, ਇਹ ਮੇਰੇ ਹੱਥ 'ਚ ਨਹੀਂ ਹੈਗਾ। ਜੋ ਹਾਈ ਕਮਾਂਡ ਤੈਅ ਕਰੇਗੀ ਉਸ ਤਰ੍ਹਾਂ ਹੋਏਗਾ। ਅੱਛਾ, ਪੰਜਾਬ ਦੇ ਲੋਕ ਕਾਂਗਰਸ ਨੂੰ ਵੋਟ ਕਿਉਂ ਪਾਣ? 3 ਅਜਿਹੇ ਕੰਮ ਜਿਹੜੇ ਸਭ ਤੋਂ ਪਹਿਲਾਂ ਕਾਂਗਰਸ ਜਿਹੜੀ ਹੈ ਜੇਕਰ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਕਰਵਾਏ ਜਾਣਗੇ। ਨੰਬਰ 1, ਆਟਾ ਦਾਲ ਦੇ ਨਾਲ ਗਰੀਬੀ ਦੂਰ ਨਹੀਂ ਹੁੰਦੀ। ਆਟਾ ਦਾਲ ਵੀ ਜ਼ਰੂਰੀ ਹੈ, ਦਵਾਂਗੇ, ਲੇਕਿਨ ਐਸੀ ਫ੍ਰੀ ਐਜੂਕੇਸ਼ਨ ਦੇਣੀ ਹੈ। ਐਸੀ ਸਕਾਲਰਸ਼ਿਪ ਚੱਲਦਾ ਹੈ, ਇਹ ਚੱਲਦਾ ਰਹੇਗਾ, ਲੇਕਿਨ BC ਲਈ ਨੂੰ ਵੀ ਸਕਾਲਰਸ਼ਿਪ ਦੇਣਗੇ ਤੇ ਨਾਲ ਜਨਰਲ ਕੈਟਾਗਰੀ ਦੇ ਜਿਹੜੇ ਗਰੀਬ ਤੇ ਮਿਡਲ ਕਲਾਸ ਦੇ ਨੌਜਵਾਨ ਹੈ ਉਹਨਾਂ ਲਈ ਵੀ ਜਨਰਲ ਕੈਟਾਗਰੀ ਸਕਾਲਰਸ਼ਿਪ ਸਕੀਮ ਖੋਲਾਂਗੇ ਤਾਂ ਕਿ ਉਹਨਾਂ ਨੂੰ ਵੀ ਫ੍ਰੀ ਐਜੂਕੇਸ਼ਨ ਮਿਲੇ। ਨਾਲ ਸਭ ਤੋਂ ਪਹਿਲਾਂ 1 ਲੱਖ ਨੌਕਰੀ ਪਰ ਸਾਈਨ ਕਰਨੇ ਆ ਜਿਸ ਦਿਨ ਮੁੱਖ ਮੰਤਰੀ ਬਣਨ ਦਾ ਮੌਕਾ ਮਿਲੂਗਾ ਔਰ ਪਹਿਲਾਂ ਕੁਰਸੀ ਪਰ ਬੈਠੂੰਗਾ। ਦੂਸਰਾ, ਹੈਲਥ ਬਹੁਤ ਜ਼ਰੂਰੀ ਹੈ। ਐਸੀ ਹੈਲਥ ਫ੍ਰੀ ਕਰਨੀ ਹੈ, ਕਿਸੇ ਦਾ ਵੀ ਇਲਾਜ ਹੋਣ ਦੀ ਲੋੜ ਹੈ, ਉਹਨੂੰ ਲੋੜਵੰਦ ਹੈ, ਉਹਦੀ ਫ੍ਰੀ ਹੈਲਥ ਕਰਾਂਗੇ, ਉਹਦੀ ਫ੍ਰੀ ਹੈਲਥ ਸਰਵਿਸ ਕਰਾਂਗੇ। ਇਲਾਜ ਕਰਕੇ 9 ਕਰਕੇ ਸਰਕਾਰੀ ਹਸਪੀਟਲ 'ਚ ਉਹਨੂੰ ਘਰ ਭੇਜਾਂਗੇ। ਮੈਂ ਆਪ ਕੱਚੇ ਮਕਾਨ 'ਚ ਪੈਦਾ ਹੋਇਆ, ਇਸ ਕਰਕੇ 6 ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਰਹੇਗਾ ਜਿਹਦਾ ਮਕਾਨ ਕੱਚਾ ਹੈ ਜਾਂ ਜਿਹਦੀ ਛੱਤ ਕੱਚੀ ਹੈ। ਇਹ 3 ਕੰਮ ਪਹਿਲ ਦੇ ਆਧਾਰ ਤੇ ਕਰਾਂਗੇ। ਮੁਕਾਬਲਾ ਕਿਸ ਦੇ ਨਾਲ ਦੇਖ ਰਹੇ ਹੋ? ਆਮ ਆਦਮੀ ਪਾਰਟੀ ਜਾਂ ਅਕਾਲੀ ਦਲ? ਇਹ ਕਿੱਥੇ ਦੋਵੇਂ ਪਾਰਟੀਆਂ ਖੜੀਆਂ ਨਜ਼ਰ ਆ ਰਹੀਆਂ? ਕਿਤੇ ਨਹੀਂ ਖੜੀਆਂ, ਬਹੁਤ ਪਿੱਛੇ ਹੈ ਇਹ। ਪਰ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ, ਲੋਕ ਇੱਕ ਤਰਫਾ ਵੋਟ ਕਰਨਗੇ ਕਾਂਗਰਸ ਪਾਰਟੀ। ਪ੍ਰਿੰਕਾ ਗਾਂਧੀ ਨੂੰ ਤੁਸੀਂ ਕਿਹਾ ਕਿ ਪੰਜਾਬ ਦੀ ਨੂੰਹ ਹੈ ਪ੍ਰਿੰਕਾ ਗਾਂਧੀ। ਹਾਂ, ਉਹਨਾਂ ਦੇ ਜਿਹੜਾ ਉਹਦਾ ਹਸਬੈਂਡ ਉਹ ਪੰਜਾਬੀ ਹੈ ਤਾਂ ਪੰਜਾਬੀਆਂ ਦੀ ਨੂੰਹ ਹੀ ਹੋਈ। ਕੋਈ ਕਿਉਂਕਿ ਹੁਣ ਬਹੁਤ ਘੱਟ ਸਮਾਂ ਬਚਿਆ ਹੈ, ਕੋਈ ਸਟ੍ਰੈਸ ਹੈ, ਕੋਈ ਟੈਨਸ਼ਨ ਹੈ? ਕਿਉਂਕਿ ਤੁਸੀਂ ਆਲਰੇਡੀ ਪਿਛਲੇ 3-4 ਮਹੀਨਿਆਂ ਤੋਂ 18 20 ਘੰਟੇ ਕੰਮ ਕਰ ਰਹੇ ਹੋ। ਅਮੂਮਨ ਤੁਹਾਡਾ ਇੰਟਰਵਿਊ ਮੈਂ 2 ਵਜੇ ਵੀ ਕੀਤਾ, ਸਵੇਰੇ 4 ਵਜੇ ਵੀ ਕੀਤਾ। ਕੋਈ ਸਟ੍ਰੈਸ ਹੈ? ਕਿਉਂਕਿ ਹੁਣ ਕਹਿੰਦੇ ਕਿ ਇਮਤਿਹਾਨ ਦੀ ਘੜੀ ਆ ਗਈ, ਫਾਈਨਲ ਐਗਜ਼ਾਮ ਜਿਹੜੇ ਆ ਗਏ ਆ। ਮੇਰੀ ਆਦਤ ਹੈ ਇਹ ਕਿ ਮੈਂ ਮਿਹਨਤ ਕਰਦਾ ਹਾਂ, ਮਿਹਨਤ ਕਰਨਾ ਮੇਰਾ ਫਰਜ਼ ਹੈ। ਫਲ ਭਗਵਾਨ ਦਿੰਦਾ ਹੈ, ਪਰਮਾਤਮਾ ਦਿੰਦਾ ਹੈ, ਵਾਹਿਗੁਰੂ ਦਿੰਦਾ ਹੈ। ਜੋ ਫਲ ਦੇਗਾ ਉਸੇ ਤਰ੍ਹਾਂ ਹੋਏਗਾ, ਲੇਕਿਨ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਮੈਂ ਮਿਹਨਤ ਕਰ ਰਿਹਾ। ਰਾਤ ਮੈਂ 1:30 ਵਜੇ ਵਾਰਾਣਸੀ ਗਿਆ ਸੀ। ਅੱਛਾ, ਰਾਤ 1:30 ਵਜੇ ਤੁਸੀਂ ਵਾਰਾਣਸੀ ਨੂੰ ਗਿਆ, ਸਵੇਰੇ 10 ਵਜੇ ਵਾਪਸ ਆਇਆ ਤੇ ਉੱਥੇ ਵਾਰਾਣਸੀ ਤੁਸੀਂ ਕੀ ਕੀਤਾ? ਗੁਰੂ ਰਵਿਦਾਸ ਜੀ ਦੇ ਅੱਛਾ ਮੰਦਿਰ ਦੇ ਵਿੱਚ ਜਨਮ ਦਿਨ ਸੀ ਅੱਜ ਉਹਨਾਂ ਦਾ, ਉੱਥੇ ਮੱਥਾ ਟੇਕ ਕੇ ਆਇਆ।
ਰਾਤ ਨਹੀਂ ਸੁੱਤਾ, ਹੂੰ ਸਵੇਰ ਦਾ ਫਿਰ ਲੱਗਿਆ ਹੋਇਆ। ਹੂੰ 3 ਵਜੇ ਤੋਂ ਪਹਿਲਾਂ ਮੈਨੂੰ ਲੋਕ ਛੱਡਦੇ ਨਹੀਂ ਹੈ। ਹੂੰ 6 ਵਜੇ ਮੈਂ ਲੋਕਾਂ ਦੇ ਵਿੱਚ ਫੇਰ ਆ ਜਾਂਦਾ। ਇਹੀ ਮੇਰੀ ਅੱਜ ਦੀ ਨਹੀਂ ਹੈ, ਹੂੰ ਬਹੁਤ ਦੇਰ ਤੋਂ ਇਹੀ ਰੁਟੀਨ ਹੈ ਤੇ ਇਸੇ ਤਰ੍ਹਾਂ ਮੈਂ ਚੱਲੀ ਜਾਣਾ। 111 ਦਿਨ ਮੈਂ ਨਾ ਆਪ ਸੁੱਤਾ ਨਾ ਅਫਸਰ ਸੌਣ ਦਿੱਤੇ। ਹੂੰ ਅਫਸਰ ਆਮ ਤੌਰ ਤੇ ਲਾਸਟ ਦਿਨਾਂ ਦੇ ਵਿੱਚ ਕੰਮ ਨਹੀਂ ਕਰਦੇ, ਲੇਕਿਨ ਮੇਰੇ ਨਾਲ ਪੱਬਾਂ ਭਾਰ ਹੋ ਗਏ। 3 ਸ਼ਿਫਟਾਂ 'ਚ ਅਫਸਰ ਕੰਮ ਕਰਦੇ ਸੀ ਅੱਛਾ ਤੇ ਅਸੀਂ ਵੱਡੀਆਂ ਰਾਹਤਾਂ ਤੇ ਵੱਡੀ ਵਧੀਆ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਚਲਾਈਏ। ਹੂੰ ਕਿਸਾਨਾਂ ਨੂੰ ਵੀ ਹੂੰ 12000 ਜਿਹੜਾ ਮੁਆਵਜ਼ਾ ਮਿਲਦਾ ਸੀ ਉਹ 17000 ਮਿਲਿਆ। ਹੂੰ ਸੋ ਦੁਕਾਨਦਾਰਾਂ ਨੂੰ, ਵਪਾਰੀਆਂ ਨੂੰ, ਗਰੀਬ ਲੋਕਾਂ ਨੂੰ, ਹਰ ਕਿਸੇ ਨੂੰ ਰਾਹਤਾਂ ਮਿਲੀਆਂ। ਕੇਜਰੀਵਾਲ ਇੱਥੇ ਆ ਕੇ ਬੈਠੇ ਹੋਏ ਕਈ ਦਿਨਾਂ ਤੋਂ। ਕਿਆ ਫਰਕ ਪੈਂਦਾ? ਨੁਕਸਾਨ ਹੀ ਕਰੇਗਾ। ਹੂੰ ਮੇਰੀ ਗੱਲ ਸੁਣੋ, ਇਹ ਬਾਹਰ ਤੇ ਆ ਕੇ ਕਿਸ ਤਰ੍ਹਾਂ ਕਬਜ਼ਾ ਕਰ ਲੈਣਗੇ ਪੰਜਾਬ ਤੇ? ਇਹ ਸਾਡਾ ਭੌਂਦੂ ਹੈ ਜਿਹੜਾ ਸ਼ਰਾਬੀ ਹੂੰ ਤੇ ਅਨਪੜ੍ਹ ਬੰਦਾ, ਹੂੰ। ਇਹ ਇਸ ਨੂੰ ਅਸੀਂ ਕਿਸ ਤਰ੍ਹਾਂ ਪੰਜਾਬ ਸੰਭਾਲਦੀ ਹੈ? ਠੀਕ ਹੈ, ਬੈਸਟ ਆਫ ਲੱਕ ਸਰ। ਚੰਨੀ ਸਾਹਿਬ ਨਿਊਜ਼ 18 ਤੇ ਖਾਸ ਜੁੜੇ ਔਰ ਹਰੇਕ ਸਵਾਲ ਦਾ ਜਵਾਬ ਬੜੀ ਬੇਬਾਕੀ ਦੇ ਨਾਲ ਦਿੱਤਾ। ਹੁਣ ਚੋਣਾਂ ਦਾ ਸਮਾਂ ਆ ਗਿਆ, ਤੈਅ ਤੁਸੀਂ ਕਰਨਾ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਏਗਾ। ਨਿਊਜ਼ 18 ਅਪੀਲ ਜ਼ਰੂਰ ਕਰੇਗਾ ਕਿ ਵੋਟ ਜ਼ਰੂਰ ਪਾਓ, ਚਾਹੇ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਪਾਓ। ਫਿਲਹਾਲ ਮੈਨੂੰ ਤੇ ਜਤਿੰਦਰ ਸਿੱਧੂ ਨੂੰ ਦਿਓ ਇਜਾਜ਼ਤ। ਧੰਨਵਾਦ।